ਅੱਜ ਆਪਾਂ 131 ਅੰਗ ਤੋਂ 131 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਪੰਜਵੀਂ ਪਾਤਸ਼ਾਹੀ ਦੀਆਂ ਜਿਹੜੀਆਂ ਮਾਝਾਂ ਅਸ਼ਟਪਦੀ 8 ਪਦਿਆਂ ਦੀ ਉਹ ਜਿਹੜੀ ਹੈਗੀ ਆ ਤੀਸਰੀ ਲੈ ਰਹੇ ਹਾਂ। ਸੀਰੀਅਲ ਵਾਈਜ਼ 37ਵੀਂ ਹੈਗੀ ਅਸ਼ਟਪਦੀ। ਮਹਾਰਾਜ ਮਿਹਰ ਕਰਨ। ਮਾਝ ਮਹਲਾ ਪੰਜਵਾਂ। ਪ੍ਰਭ ਅਬਨਾਸੀ ਤਾਂ ਕਿਆ ਘਾੜਾ। ਪ੍ਰਭ ਅਬਨਾਸੀ ਤਾਂ ਕਿਆ ਕਾੜਾ। ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ। ਹੁਣ ਦੇਖ ਲਓ, ਗਿਆਨ ਦੇ ਵਾਸਤੇ ਮਹਾਰਾਜ ਜਿਹੜੇ ਹੈਗੇ ਆ ਪੋਇਟਰੀ ਜਿਹੜੀ ਹੈਗੀ ਉਹਦੇ ਵੀ ਜਿਹੜੇ ਹੈਗੇ ਆ ਰਾਈਮ ਜਿਹੜੀ ਹੈਗੀ ਆ, ਜਿਸ ਤਰ੍ਹਾਂ ਉਹਦੀ ਉਹ ਜਿਸ ਤਰ੍ਹਾਂ ਕਾੜਾ ਹੈਗਾ ਵੀ ਇਸ 'ਤੇ ਸਾੜਾ ਵੀ ਆ ਸਕਦਾ ਸੀਗਾ, ਵਿਖਾੜਾ ਵੀ ਆ ਸਕਦਾ ਸੀਗਾ, ਵਾੜਾ ਵੀ ਆ ਸਕਦਾ ਸੀਗਾ, ਗਾੜਾ ਵੀ ਆ ਸਕਦਾ ਸੀਗਾ, ਪਰ ਦੇਖੋ ਇੱਥੇ ਸੁਖਾਲਾ ਲਿਖਿਆ ਹੋਇਆ ਹੈ। ਜਿੱਥੇ ਗਿਆਨ ਦਾ ਜਿਹੜਾ ਗਿਆਨ ਹੈ, ਬ੍ਰਹਮ ਗਿਆਨ ਜਿਹੜਾ ਹੈਗਾ, ਉਹਦੇ ਵਿੱਚ ਜਰਾ ਵੀ ਜਿਹੜਾ ਹੈਗਾ ਸਾਰੇ ਰੂਲ ਜਿਹੜੇ ਹੈਗੇ ਉਹ ਪਾਸੇ ਕਰ ਦਿੰਦੇ ਮਹਾਰਾਜ। ਪ੍ਰਭ ਅਬਨਾਸੀ ਤਾਂ ਕਿਆ ਕਾੜਾ। ਕਹਿੰਦੇ ਜੇ ਉਹ ਮਾਲਕ ਪਰਮਾਤਮਾ ਅਬਨਾਸੀ ਹੈਗਾ, ਹਮੇਸ਼ਾ ਰਹਿਣ ਵਾਲਾ ਹੈਗਾ, ਜੇ ਆਪਾਂ ਉਹਦੇ ਨਾਲ ਜੁੜ ਗਏ ਤੇ ਫਿਰ ਆਪਾਂ ਨੂੰ ਚਿੰਤਾ ਸੋਚ ਕਾਹਦੀ ਰਹਿ ਗਈ ਭਾਈ, ਕਾਹਦਾ ਕਾੜਾ ਰਹਿ ਗਿਆ ਆਪਾਂ ਨੂੰ। ਕਾਲ ਆਪਣਾ ਕੀ ਕਰ ਸਕਦਾ ਹੈ। ਪ੍ਰਭ ਅਬਨਾਸੀ ਤਾਂ ਕਿਆ ਕਾੜਾ। ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ। ਭਗਵੰਤਾ ਕਹਿੰਦੇ ਆ ਭਾਗ ਲਿਖਣ ਵਾਲਾ, ਭਾਗਾਂ ਦਾ ਦਾਤਾ, ਸਾਰਾ ਕੁਛ ਦੇਣ ਵਾਲਾ। ਕਹਿੰਦੇ ਮਾਲਕ, ਜੇ ਮਾਲਕ ਭਾਗਾਂ ਦਾ ਦਾਤਾ ਹੈਗਾ, ਉਹਦੇ ਨਾਲ ਆਪਾਂ ਜੁੜ ਗਏ ਤੇ ਫਿਰ ਤਾਂ ਭਾਈ ਉਹ ਜਨ ਜਿਹੜਾ ਹੈਗਾ ਉਹ ਤਾਂ ਸੁਖੀ ਹੋ ਗਿਆ, ਹਮੇਸ਼ਾ ਵਾਸਤੇ ਸੁਖੀ ਹੋ ਗਿਆ, ਸੁਖਾਲਾ ਹੋ ਗਿਆ ਉਹਦਾ ਜੀਵਨ। ਜੀ ਪ੍ਰਾਣ ਮਾਨ ਸੁਖ ਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ। ਇੱਥੇ ਮਾਨ ਦਾ ਮਤਲਬ ਜਿਹੜਾ ਹੈਗਾ ਇੱਜ਼ਤ ਨਹੀਂ, ਮਾਨ ਜਿਹੜਾ ਹੈਗਾ, ਮਾਨ ਦਾ ਮਤਲਬ ਮਨ। ਜੀ ਪ੍ਰਾਣ ਮਾਨ ਸੁਖ ਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ। ਕਹਿੰਦੇ ਮੇਰੇ ਜੀ ਦਾ, ਮੇਰੇ ਪ੍ਰਾਣਾਂ ਦਾ, ਮੇਰੇ ਮਨ ਦਾ ਸੁੱਖਾਂ ਦਾ ਦਾਤਾ, ਇਹਨਾਂ ਨੂੰ ਸੁਖੀ ਕਰਨ ਵਾਲਾ ਤੂੰ ਹੀ ਹੈਗਾ ਆ। ਔਰ ਤੂੰ ਜੋ ਕੁਛ ਕਰਦਾ ਆ ਉਸੇ ਵਿੱਚ ਸੁਖੀ ਹੈ, ਉਸੇ ਵਿੱਚ ਹੀ ਸੁੱਖ ਮਿਲਦਾ ਹੈ। ਤੂੰ ਕਰੇ ਸੋਈ ਸੁਖ ਪਾਵਣਿਆ। ਸਾਰਾ ਸੁੱਖ ਤੇਰੇ ਕੋਲ ਆਉਣਾ ਹੈ। ਹਉ ਵਾਰੀ ਜਿਉ ਵਾਰੀ ਗੁਰਮੁਖੇ ਮਨ ਤਨ ਭਾਵਣਿਆ। ਹਉ ਵਾਰੀ ਜਿਉ ਵਾਰੀ ਗੁਰਮੁਖੇ ਮਨ ਤਨ ਭਾਵਣਿਆ। ਕਹਿੰਦੇ ਮੈਂ ਆਪਣੇ ਆਪ ਨੂੰ ਵਾਰ ਦੇਵਾਂ, ਜਿਉ ਵਾਰ ਦੇਵਾਂ। ਕਿਵੇਂ ਵਾਰ ਦੇਵਾਂ। ਕਹਿੰਦੇ ਗੁਰੂ ਦੇ ਰਾਹੀਂ ਜਿਹੜਾ ਹੈਗਾ ਮੇਰੇ ਮਨ ਦੇ ਵਿੱਚ ਵੀ, ਤਨ ਦੇ ਵਿੱਚ ਵੀ ਤੂੰ ਪਾ ਜਾਏ। ਮੈਂ ਗੁਰੂ ਦੇ ਰਾਹੀਂ ਭਗਤੀ ਕਰਕੇ ਜਿਹੜਾ ਹੈਗਾ ਆਪਣੇ ਆਪ ਨੂੰ ਵਾਰ ਦੇਵਾਂ, ਆਪਣੀ ਹਉ ਨੂੰ ਵਾਰ ਦੇਵਾਂ, ਆਪਣੇ ਜੀਓ ਨੂੰ ਵਾਰ ਦੇਵਾਂ। ਹਉ ਵਾਰੀ ਜਿਉ ਵਾਰੀ ਗੁਰਮੁਖੇ ਮਨ ਤਨੇ ਭਾਵਣਿਆ। ਤੂੰ ਮੇਰਾ ਪਰਬਤ, ਤੂੰ ਮੇਰਾ ਓਲਾ, ਤੁਮ ਸੰਗ ਲਵੇ ਨਾ ਲਾਵਣਿਆ। ਕਹਿੰਦੇ ਤੂੰ ਮਾਲਕਾ, ਤੂੰ ਮੇਰਾ ਜਿਹੜਾ ਹੈਗਾ ਆ, ਤੂੰ ਮੇਰਾ ਸਹਾਰਾ ਹੈਗਾ ਆ, ਸਪੋਰਟ ਪਰਬਤ ਜਿੰਨਾ। ਤੂੰ ਮੇਰਾ ਆਸਰਾ ਹੈਗਾ ਓਲਾ। ਤੁਮ ਸੰਗ ਲਵੇ ਨਾ ਲਾਵਣਿਆ। ਤੇਰੇ ਬਰੋਬਰ ਦਾ ਹੋਰ ਕੋਈ ਨਹੀਂ ਹੈਗਾ ਮਾਲਕਾ, ਹੋਰ ਕੋਈ ਨਹੀਂ ਹੈਗਾ। ਮੈਂ ਕਿਸੇ ਹੋਰ ਨੂੰ ਆਪਣੇ ਨੇੜੇ ਨਹੀਂ ਤੇਰੇ ਤੋਂ ਇਲਾਵਾ ਮੈਂ ਕਿਸੇ ਹੋਰ ਦੀ ਭਗਤੀ ਨਹੀਂ ਕਰਦਾ। ਰਹਾਓ ਤੇਰਾ ਕੀਤਾ ਜਿਸ ਲਾਗੇ ਮੀਠਾ, ਘਟ ਘਟ ਪਾਰ ਬ੍ਰਹਮ ਤਿਨੇ ਜਨੇ ਡੀਠਾ। ਕਹਿੰਦੇ ਜਿਹਨੂੰ ਵੀ, ਜਿਸ ਵੀ ਇਨਸਾਨ ਜਿਹੜਾ ਹੈਗਾ, ਜਿਹੜਾ ਭਗਤੀ ਕਰਦਾ ਹੈ, ਕਹਿੰਦੇ ਜਦ ਉਹਨੂੰ ਤੇਰਾ ਕੀਤਾ ਹੋਇਆ ਜਿਹੜਾ ਹੈਗਾ, ਜੋ ਤੂੰ ਕਰਦਾ ਹੈ, ਮਿੱਠਾ ਲੱਗਣ ਲੱਗ ਪੈਂਦਾ ਹੈ। ਤੇਰੇ ਭਾਣੇ ਦੇ ਵਿੱਚ
ਰਸ ਆਉਣ ਲੱਗ ਪੈਂਦਾ ਹੈ ਉਹਨੂੰ। ਕਹਿੰਦੇ ਉਹਨੂੰ ਫਿਰ ਹਰੇਕ ਦੇ ਅੰਦਰ ਜਿਹੜਾ ਹੈਗਾ ਤੂੰ ਨਜ਼ਰ ਆਉਣਾ ਹੈ। ਉਹੀ ਜਿਹੜੇ ਹੈਗੇ ਤੈਨੂੰ ਸਾਰਿਆਂ ਦੇ ਵਿੱਚ ਦੇਖਦੇ ਆ। ਤੇਰਾ ਕੀਤਾ ਜਿਸ ਲਾਗੇ ਮੀਠਾ, ਘਟ ਘਟੇ ਪਾਰ ਬ੍ਰਹਮ ਤਿੰਨ ਜਨੇ ਡੀਠਾ। ਥਾਨ ਥਨੰਤਰੇ ਤੂੰ ਹੈ ਇੱਕੋ, ਥਾਨ ਥਨੰਤਰੇ ਤੂੰ ਹੈ ਇੱਕੋ ਇੱਕ ਵਰਤਾਵਣਿਆ। ਕਹਿੰਦੇ ਹਰ ਜਗ੍ਹਾ ਤੇ ਤੂੰ ਹੀ ਹੈਗਾ ਆ, ਔਰ ਉਹਨਾਂ ਦੇ ਅੰਤਰ ਦੇ ਵਿੱਚ ਵੀ ਤੂੰ ਹੀ ਹੈਗਾ ਆ। ਤੂੰ ਹੀ ਇੱਕੋ ਹੀ ਹੈਗਾ ਆ। ਤੂੰ ਹੀ ਇੱਕ ਹਰ ਜਗ੍ਹਾ ਤੇ ਜੋ ਕੁਛ ਵੀ ਦੇ ਰਿਹਾ ਆ ਔਰ ਵਰਤ ਰਿਹਾ ਆ, ਤੂੰ ਸਾਰਾ ਕੁਛ ਤੂੰ ਹੀ ਹੈਗਾ ਆ। ਸਗਲ ਮਨੋਰਥ ਤੂੰ ਦੇਵਨਹਾਰਾ। ਸਾਰੀਆਂ ਮਨੋਕਾਮਨਾ ਜਿਹੜੀਆਂ ਹੈਗੀਆਂ ਤੂੰ ਉਹਨਾਂ ਨੂੰ ਪੂਰਨ ਕਰਨ ਵਾਲਾ ਆ। ਭਗਤੀ ਭਾਏ ਭਰੇ ਭੰਡਾਰਾ। ਭਗਤੀ ਦੇ ਨਾਲ, ਪਿਆਰ ਦੇ ਨਾਲ ਤੇਰੇ ਭੰਡਾਰ ਭਰੇ ਪਏ ਆ, ਭਗਤੀ ਔਰ ਪਿਆਰ ਦੇ। ਇਸ ਤਰੀਕੇ ਦੇ ਨਾਲ ਪ੍ਰੇਮਾ ਭਗਤੀ ਦੇ ਨਾਲ ਤੂੰ ਜਿਹੜੇ ਹੈਗੇ ਸਾਰਿਆਂ ਦੇ ਮਨੋਰਥ ਪੂਰੇ ਕਰ ਦਿੰਦਾ ਹੈ। ਦਇਆ ਧਾਰ ਰਾਖੇ ਤੁਧ ਸੇਈ, ਪੂਰੇ ਕਰਮ ਸਮਾਵਣਿਆ। ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ, ਜਿਨ੍ਹਾਂ ਤੇ ਦਇਆ ਕਰਕੇ ਤੂੰ ਜਿਹੜਾ ਹੈਗਾ ਭਗਤੀ, ਪ੍ਰੇਮਾ ਭਗਤੀ ਵੱਲ ਲਾ ਦਿੰਦਾ ਆ, ਉਹਨਾਂ ਤੇ ਪੂਰੀ ਬਖਸ਼ਿਸ਼ ਹੋ ਜਾਂਦੀ ਆ ਔਰ ਉਹ ਤੇਰੇ ਵਿੱਚ ਸਮਾ ਜਾਂਦੇ ਆ। ਇਸ ਤਰ੍ਹਾਂ ਤੂੰ ਆਪਣੇ ਵਿੱਚ ਜਿਹੜਾ ਹੈ ਉਹਨਾਂ ਨੂੰ ਇਸ ਖੇਡ ਚੋਂ ਕੱਢ ਲੈਣਾ ਹੈ। ਦਇਆ ਧਾਰ ਰਾਖੇ ਤੁਧ ਸੇਈ, ਪੂਰੇ ਕਰਮੇ ਸਮਾਵਣਿਆ। ਉਹੀ ਜਿਹੜੇ ਹੈਗੇ ਤੇਰੇ ਵਿੱਚ ਲੀਨ ਹੋ ਜਾਂਦੇ ਆ ਭਾਈ। ਲੀਨ ਹੋਣਾ ਹੀ ਜਿਹੜਾ ਹੈਗਾ ਇਹੀ ਹੈਗਾ ਟਾਰਗੇਟ। ਇਹ ਮਾਇਆ ਜਿਹੜੀ ਹੈਗੀ, ਵਿਚਾਰ ਜਿਹੜੇ ਹੈਗੇ, ਆਕਾਰ ਜਿਹੜੇ ਹੈਗੇ, ਸੰਸਾਰ ਜਿਹੜਾ ਹੈਗਾ, ਇਹਦੇ ਤੋਂ ਛੁੱਟਣ ਦਾ ਤਰੀਕਾ ਆਹੀ ਇੱਕ ਹੈਗਾ ਵੀ ਪਰਮਾਤਮਾ ਦੇ ਵਿੱਚ ਲੀਨ ਹੋਣਾ ਆ। ਧਿਆਨ ਸਿਮਰਨ, ਧਿਆਨ ਲਗਾਉਣਾ ਹੈ ਮਾਲਕ ਪਰਮਾਤਮਾ ਦੇ ਵਿੱਚ, ਉਹਨੂੰ ਸਮਰਨ ਕਰਨਾ ਹੈ ਮਾਲਕ ਪਰਮਾਤਮਾ ਨੂੰ ਸੁਰਤ ਦੇ ਦੁਆਰਾ। ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਸੁਨ ਗੁਫਾ ਮੇ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਦੋ ਮੁੰਦਾਂ, ਇੱਕ ਸੁਰਤ ਤੇ ਸਿਮਰਤ ਦੀਆਂ, ਸਮਰਨ ਦੀਆਂ ਮੁੰਦਰਾਂ ਪਾਉਣੀਆਂ ਹੈ ਕੰਨਾਂ ਦੇ ਵਿੱਚ ਹਮੇਸ਼ਾ। ਇਸ ਤਰ੍ਹਾਂ ਜਿਹੜਾ ਹੈਗਾ ਪੂਰੀ ਬਖਸ਼ਿਸ਼ ਹੁੰਦੀ ਆ। ਮਾਲਕ ਦੀ ਮਿਹਰ ਕਰਮ ਤੇ ਸਮਾਈ ਹੋ ਜਾਂਦੀ ਹੈ ਮਾਲਕ ਦੇ ਵਿੱਚ। ਅੰਧਕੂਪ ਤੇ ਕੰਢੇ ਚਾੜੇ, ਕਰ ਕਿਰਪਾ ਦਾਸ ਨਦਰ ਨਿਹਾਲੇ। ਕੀ ਕਰਦਾ ਮਾਲਕ ਪਰਮਾਤਮਾ? ਕਹਿੰਦੇ ਹਨੇਰਾ ਖੂਹ ਹੈ, ਹਨੇਰਾ ਖੂਹ ਹੈ ਇਹ ਸੰਸਾਰ। ਕੀ ਹੈ? ਹਨੇਰਾ ਖੂਹ ਹੈ। ਜਿਵੇਂ ਕੋਈ ਹਨੇਰੇ ਖੂਹ ਦੇ ਵਿੱਚ ਡਿੱਗਿਆ ਹੈ, ਕੁਛ ਦਿਸ ਨਹੀਂ ਰਿਹਾ ਉਹਨੂੰ। ਕਹਿੰਦੇ ਕਿਨਾਰਾ ਆ ਜਾਂਦਾ ਹੈ ਭਾਈ, ਤੂੰ ਗੁਰੂ ਨੂੰ ਮਿਲਾ ਦਿੰਦਾ ਆ ਤੇ ਪ੍ਰੇਮਾ ਭਗਤੀ ਦੇ ਦੁਆਰਾ ਜਿਹੜਾ ਉਹਨੂੰ ਕੰਡਾ ਲੱਭ ਜਾਂਦਾ ਹੈ, ਕਿਨਾਰਾ ਮਿਲ ਜਾਂਦਾ ਹੈ। ਕੰਡੇ ਮਤਲਬ ਕੰਡਾ ਨਹੀਂ, ਕੰਡਾ ਮਤਲਬ ਕਿਨਾਰਾ। ਅੰਧਕੂਪ ਤੇ ਕੰਡੇ ਚਾੜੇ, ਕਰ ਕਿਰਪਾ ਦਾਸ ਨਦਰ ਨਿਹਾਲੇ। ਇਸ ਤਰ੍ਹਾਂ ਦਾਸਾਂ ਤੇ ਕਿਰਪਾ ਕਰਕੇ ਜਿਹੜਾ ਹੈਗਾ ਮਿਹਰ ਦੀ ਨਜ਼ਰ ਨਾਲ ਉਹਨਾਂ ਨੂੰ ਨਿਹਾਲਦਾ ਹੈ ਤੂੰ। ਇਸ ਤਰ੍ਹਾਂ ਹੈ ਮਾਲਕ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਪਾਉਣੀ। ਗੁਣ ਗਾਵੇਂ ਪੂਰਨ ਅਬਨਾਸੀ, ਕਹਿ ਸੁਣ ਤੋਟ ਨਾ ਆਵਣਿਆ। ਔਰ ਜਿਨ੍ਹਾਂ ਨੂੰ ਇਸ ਤਰ੍ਹਾਂ ਗੁਰੂ ਨੂੰ ਮਿਲਾ ਕੇ ਜਿਹੜਾ ਹੈਗਾ ਪ੍ਰੇਮਾ ਭਗਤੀ ਦੇ ਦੁਆਰਾ ਜਿਹੜਾ ਹੈਗਾ ਕਿਨਾਰੇ ਤੇ ਲਿਆਉਣਾ ਹੈ ਸੰਸਾਰ ਸਮੁੰਦਰ ਤੇ ਕਿਰਪਾ ਕਰਕੇ, ਫਿਰ ਉਹ ਇਸ ਤਰ੍ਹਾਂ ਤੇਰੀ ਭਗਤੀ ਕਰਦੇ ਆ। ਉਸ ਮਾਲਕ ਪਰਮਾਤਮਾ ਦੀ ਜਿਹੜਾ ਅਬਨਾਸੀ ਹੈਗਾ, ਪੂਰਨ ਹੈਗਾ ਜਿਹੜਾ, ਉਹ ਪੂਰਨ ਦੇ ਵਿੱਚ ਸਮਾ ਜਾਂਦੇ ਆ। ਔਰ ਇਸ ਤਰ੍ਹਾਂ ਜਿਹੜੇ ਕਹਿ ਸੁਣ ਆਖ ਤੋਟ ਨਾ ਆਵਣਿਆ, ਕਹਿੰਦੇ ਉਹਨਾਂ ਦੀ ਭਗਤੀ ਦੀ, ਉਹਨਾਂ ਦਾ ਸੁਣਨਾ ਤੇ ਉਹਨਾਂ ਦਾ ਜਪਣਾ ਕਹਿਣਾ, ਕਹਿੰਦੇ ਉਹਦੇ 'ਚ ਕੋਈ ਕਮੀ ਨਹੀਂ ਆਉਂਦੀ। ਕਹਿ ਸੁਣ ਆਖ ਕਹਿ ਸੁਣ ਤੋਟ ਨਾ ਆਵਣਿਆ, ਉਹਨਾਂ ਨੂੰ ਕਿਸੇ ਕਿਸਮ ਦੀ ਤੋਟ ਨਹੀਂ ਆਉਂਦੀ ਭਾਈ, ਕੋਈ ਕਿਸੇ ਕਿਸਮ ਦੀ ਤੋਟ ਨਹੀਂ ਆਉਂਦੀ। ਇੱਥੇ ਉੱਥੇ ਤੂੰ ਹੈ ਰਖਵਾਲਾ, ਇੱਥੇ ਵੀ ਤੇ
ਆ ਸਰੀਰ ਜਦ ਤੱਕ ਹੈਗਾ ਤਦ ਤੱਕ, ਤੇ ਅੱਗੇ ਜਿਹੜਾ ਹੈਗਾ ਉਹ ਅੱਗੇ ਵੀ ਜਿਹੜਾ ਹੈਗਾ ਕਹਿੰਦੇ ਤੂੰ ਹੀ ਰਖਵਾਲਾ ਹੈ, ਇੱਥੇ ਵੀ ਤੇ ਅੱਗੇ ਵੀ, ਇੱਥੇ ਉੱਥੇ ਤੂੰ ਹੈ ਰਖਵਾਲਾ। ਮਾਤ ਗਰਭ ਮੈਂ ਤੁਮ ਹੀ ਪਾਲਾ, ਜਿਵੇਂ ਮਾਂ ਦੇ ਗਰਭ ਦੇ ਵਿੱਚ, ਗਰਭ ਆਗਨ ਦੇ ਵਿੱਚ ਤੂੰ ਹੀ ਜਿਹੜਾ ਹੈ, ਉੱਥੇ ਵੀ ਤੂੰ ਹੀ ਪਾਲਣ ਵਾਲਾ ਹੈ। ਦੇਖ ਲਓ ਕਿਸ ਤਰ੍ਹਾਂ ਸਰੀਰ ਬਣਾ ਦਿੰਦਾ ਹੈ ਮਾਲਕ ਪਰਮਾਤਮਾ। ਉਸੇ ਤਰੀਕੇ ਦੇ ਨਾਲ ਕਹਿੰਦੇ ਇੱਥੇ ਤੇ ਅੱਗੇ ਵੀ ਗਾਹਾਂ ਵੀ ਤੂੰ ਹੀ ਰਾਖਾ ਹੈ। ਉੱਥੇ ਗਰਭ ਅਗਨ ਨਹੀਂ ਪਾਉਂਦੀ, ਇੱਥੇ ਮਾਇਆ ਦੀ ਅੱਗ ਨਹੀਂ ਪਾਉਂਦੀ। ਮਾਇਆ ਅਗਨ ਨਾ ਪੋਹੇ ਤਿਨਕੋ ਰੰਗ ਰਤੇ ਗੁਣ ਗਾਵਣਿਆ, ਜਿਹੜੇ ਤੇਰੇ ਰੰਗ ਦੇ ਵਿੱਚ ਜਿਹੜੇ ਹੈਗੇ ਰੱਤ ਕੇ ਜਿਹੜੇ ਹੈਗੇ ਆ ਪ੍ਰੇਮਾ ਭਗਤੀ ਕਰਦੇ ਆ। ਕਿਆ ਗੁਣ ਤੇਰੇ ਆਖ ਸੰਭਾਲੀ, ਮਾਲਕਾ ਤੇਰੇ ਮੈਂ ਕੀ ਗੁਣ ਆਖ ਕੇ ਸੰਭਾਲ ਸਕਦਾ ਹੈ। ਤੂੰ ਤਾਂ ਬੇਅੰਤਾ ਹੈਗਾ, ਬੇਅੰਤ ਗੁਣ ਤੇਰੇ, ਬੇਅੰਤ ਗੁਣ ਤੇਰੇ ਹੋ ਕਿਤਕ ਗਾਵਾਂ ਰਾਮ। ਕਿਆ ਗੁਣ ਤੇਰੇ ਆਖ ਸੰਭਾਲੀ, ਮਨ ਤਨ ਅੰਤਰ ਤੁਧ ਨਦਰ ਨਿਹਾਲੀ। ਕਿਰਪਾ ਕਰ ਮਾਲਕਾ, ਮੈਂ ਮੇਰਾ ਮਨ ਵੀ ਤੇ ਮੇਰਾ ਤਨ ਵੀ, ਮੇਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਮਨ ਜਿਹੜਾ ਹੈਗਾ, ਮੇਰੀ ਸੁਰਤ ਜਿਹੜੀ ਹੈਗੀ ਆ, ਇਹ ਤੇਰੇ ਵੱਲ ਨੂੰ ਤੁਰ ਪਏ। ਮੈਨੂੰ ਤੇਰਾ ਹੀ ਧਿਆਨ ਦੇ ਵਿੱਚ ਮੈਂ ਲੀਨ ਹੋ ਜਾਵਾਂ। ਮਨ ਤਨ ਅੰਤਰ ਤੁਧ ਨਦਰ ਨਿਹਾਲੀ, ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ, ਤੁਧ ਬਿਨ ਅਵਰ ਨਾ ਜਾਣਨਿਆ। ਤੂੰ ਮੇਰਾ ਮਿੱਤਰ ਹੈਗਾ ਆ, ਮੇਰਾ ਸੱਜਣ ਹੈਗਾ ਆ, ਮੇਰਾ ਮਾਲਕ ਹੈਗਾ ਆ। ਮੈਂ ਤੇਰੇ ਤੋਂ ਇਲਾਵਾ ਕੁਛ ਨਹੀਂ ਜਾਣਦਾ। ਜਿਸ ਕੋ ਤੂੰ ਪ੍ਰਭ ਪਾਇਆ ਸਹਾਈ, ਇਸ ਤਰੀਕੇ ਦੇ ਨਾਲ ਭਾਈ ਮਾਲਕ ਪਰਮਾਤਮਾ ਜਿਹਨੂੰ ਸਹਾਈ ਹੋ ਜਾਂਦਾ ਹੈ। ਸਹਾਈ ਹੋਣਾ ਕੀ ਆ? ਧਿਆਨ ਸਿਮਰਨ ਜਿਹੜਾ ਹੈ, ਇਸ ਪ੍ਰੇਮਾ ਭਗਤੀ ਜਿਹੜਾ ਹੈਗੇ ਮਾਲਕ ਵੱਲ ਨੂੰ ਜਿਹੜੀ ਹੈਗੀ, ਜਿਹਦਾ ਧਿਆਨ ਲੱਗ ਜਾਂਦਾ ਹੈ, ਜਿਹਦੀ ਗਤੀ ਮਾਲਕ ਵੱਲ ਨੂੰ ਚਾਲੂ ਹੋ ਜਾਂਦੀ ਹੈ, ਜਿਹਦੇ ਜੀਵਨ ਦੀ ਗਤੀ ਮਾਲਕ ਵੱਲ ਨੂੰ ਹੋ ਜਾਂਦੀ ਆ। ਜਿਸ ਕੋ ਤੂੰ ਪ੍ਰਭ ਪਾਇਆ ਸਹਾਈ, ਉਹਨੂੰ ਮਾਲਕ ਪਰਮਾਤਮਾ ਸਹਾਈ ਹੋ ਜਾਂਦਾ ਹੈ। ਤਿਸ ਤੱਤੀ ਵਾਹ ਨਾ ਲਗੈ ਕਾਈ, ਉਹਨੂੰ ਕਾਮ ਕ੍ਰੋਧ ਲੋ ਮੋਹੰਕਾਰ ਮਾਇਆ ਦੀ ਜਿਹੜੀ ਤੱਤੀ ਵਾਹ ਜਿਹੜੀ ਹੈ ਸੰਸਾਰ ਦੇ ਵਿੱਚ ਜਿਹੜੀ ਹੈਗੀ ਝੱਖੜ ਚੱਲਦੇ ਆ, ਕਹਿੰਦੇ ਉਹ ਨਹੀਂ ਲੱਗਦੇ। ਤੂੰ ਸਾਹਿਬ ਸਰਣ ਸੁਖਦਾਤਾ, ਸਤ ਸੰਗਤ ਜਪ ਪ੍ਰਗਟਾਵਣਿਆ। ਕਹਿੰਦੇ ਤੂੰ ਮੇਰਾ ਮਾਲਕ ਹੈਗਾ ਆ, ਤੇ ਸ਼ਰਨ ਆਏ ਨੂੰ ਸੁਖ ਦੇਣ ਵਾਲਾ ਹੈ, ਸੁੱਖਾਂ ਦਾ ਦਾਤਾ ਹੈਗਾ ਆ। ਸਤ ਸੰਗਤ ਸਾਧ ਸੰਗਤ ਦੇ ਵਿੱਚ ਜਿਹੜਾ ਹੈਗਾ ਤੈਨੂੰ ਜਪ ਕੇ ਜਿਹੜਾ ਹੈਗਾ ਤੂੰ ਅੰਦਰ ਪ੍ਰਗਟ ਹੋ ਜਾਣਾ, ਹਿਰਦੇ 'ਚ ਪ੍ਰਗਟ ਹੋ ਜਾਣਾ। ਤੂੰ ਉੱਚ ਅਥਾਹ ਅਪਾਰ ਅਮੋਲਾ, ਤੂੰ ਸਭ ਤੋਂ ਉੱਚਾ ਹੈਗਾ ਹੈ, ਤੇਰੇ ਤੋਂ ਉੱਪਰ ਕੋਈ ਨਹੀਂ ਹੈਗਾ। ਅਥਾਹ ਸ਼ਕਤੀ ਹੈ, ਤੇਰਾ ਥਾਹ ਨਹੀਂ ਪਾਇਆ ਜਾ ਸਕਦਾ। ਅਪਾਰ, ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਮੋਲਾ, ਤੇਰੇ ਤੋਂ ਮੁੱਲਵਾਨ, ਤੇਰਾ ਮੁੱਲ ਕੋਈ ਪਾ ਹੀ ਨਹੀਂ ਸਕਦਾ। ਅਮੁੱਲਿਆ ਤੇਰੇ ਨਾਮ ਦਾ ਮੁੱਲ ਵੀ ਨਹੀਂ ਕੋਈ ਪਾ ਸਕਦਾ। ਤੂੰ ਉੱਚ ਅਥਾਹ ਅਪਾਰ ਅਮੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ। ਤੂੰ ਹਮੇਸ਼ਾ ਰਹਿਣ ਵਾਲਾ ਹੈ, ਮਾਲਕ ਹੈਗਾ ਆ। ਮੈਂ ਤਾਂ ਤੇਰਾ ਦਾਸ, ਤੇਰਾ ਨੌਕਰ ਹੈਗਾ, ਤੇਰਾ ਗੋਲਾ ਹੈਗਾ ਆ, ਤੇਰਾ ਸੇਵਕ ਹੈਗਾ। ਤੂੰ ਮੀਰਾ ਸਾਚੀ ਠਕੁਰਾਈ, ਤੂੰ ਮਾਲਕ ਹੈਗਾ ਆ। ਤੇਰੀ ਠਕੁਰਾਈ ਜਿਹੜੀ ਹੈ, ਤੂੰ ਜਿਹੜਾ ਹੈਗਾ ਹਮੇਸ਼ਾ ਰਹਿਣ ਵਾਲਾ ਹੈ, ਸੱਚੀ ਹੈ ਤੇਰੀ ਠਕੁਰਾਈ ਜਿਹੜੀ ਹੈਗੀ, ਤੇਰੀ ਮਲਕੀਅਤ। ਨਾਨਕ ਬਲ ਜਾ ਬਣਿਆ, ਮਾਲਕਾ ਮਿਹਰ ਕਰ, ਮੈਂ ਤੇਰੇ ਤੋਂ ਸਦਕੇ ਜਾਵਾਂ। ਪ੍ਰੇਮਾ ਭਗਤੀ ਦੇ ਦੁਆਰਾ ਮੈਂ ਤੇਰੀ ਪ੍ਰੇਮਾ ਭਗਤੀ ਕਰਦੇ ਰਵਾਂ। ਮਾਝ ਮਹੱਲਾ ਪੰਜਵਾਂ, ਘਰ ਦੂਜਾ। ਨਿਤ ਨਿਤ ਦਊ ਸੰਭਾਲੀਐ, ਦਊ ਜਿਹੜਾ ਵੜਿਆ ਇਹ ਦਿਆਲ ਤੋਂ ਬਣਿਆ। ਦਊ ਨਿੱਕ ਛੋਟਾ, ਦਊ ਦਾ ਮਤਲਬ ਆ ਦਇਆ ਕਰਨ ਵਾਲਾ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਦਿਆਲੂ ਹੈਗਾ, ਉਹਦੀ ਨਿਤ ਉਹਨੂੰ ਸੰਭਾਲੋ। ਨਿਤ ਆਹ ਨਿਤਨੇਮ ਹੈਗਾ ਭਾਈ। ਪ੍ਰੇਮਾ ਭਗਤੀ ਨਿਤ ਕਰੋ। ਨਿਤ ਦਊ ਸੰਭਾਲੀਐ,
ਮੂਲ ਨਾ ਮਨੋ ਵਿਸਾਰੀਏ ਰਹੋ। ਬਿਲਕੁਲ ਕਹਿੰਦੇ ਆ, ਬਿਲਕੁਲ ਇੱਕ ਦਿਨ ਵੀ ਨਾਗਾ ਨਾ ਕਰੋ, ਮਨ ਦੇ ਨਾਲ ਭਗਤੀ ਕਰੋ, ਮਨ ਦੇ ਵਿੱਚੋਂ ਨਾ ਵਿਸਾਰੋ ਉਸ ਮਾਲਕ ਪਰਮਾਤਮਾ ਨੂੰ, ਮੂਲ ਹੀ ਬਿਲਕੁਲ ਨਹੀਂ। ਨਿਤ ਨਿਤ ਦਉ ਸੰਭਾਲੀਏ, ਮੂਲ ਨਾ ਬਨੋ ਵਿਸਾਰੀਏ ਰਹਾਓ। ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ, ਸੰਤਾਂ ਸੰਗਤ ਪਾਈਏ ਜਿਤ ਜਮ ਕੇ ਪੰਥ ਨਾ ਜਾਈਏ। ਕਹਿੰਦੇ ਸਾਧ ਸੰਗਤ ਜਿਹੜੀ ਹੈਗੀ ਮਿਲ ਜਾਏ ਜਿਹਨੂੰ, ਤੇ ਫਿਰ ਤਾਂ ਭਾਈ ਪਰਮਾਤਮਾ ਮਿਲ ਜਾਂਦਾ ਹੈ। ਜਮ ਦੇ ਰਸਤੇ ਤੋਂ ਜਿਹੜਾ ਹੈਗਾ ਮੂਲ ਬਿਲਕੁਲ ਹੀ ਨਹੀਂ ਜਾਂਦਾ, ਜਮ ਦਾ ਰਸਤਾ ਮਿਲਦਾ ਹੀ ਨਹੀਂ ਉਹਨੂੰ, ਜਮ ਟੱਕਰਦਾ ਹੀ ਨਹੀਂ ਉਹਨੂੰ। ਸੰਤਾਂ ਸੰਗਤ ਪਾਈਏ ਜਿਤ ਜਮ ਕੇ ਪੰਥ ਨਾ ਜਾਈਏ, ਤੋਸਾ ਹਰ ਕਾ ਨਾਮ ਲੈ ਤੇਰੇ ਕੁਲਹਿ ਨ ਲਾਗੇ ਗਾਲ ਜੀਓ। ਕਹਿੰਦੇ ਰਾਹਦਾਰੀ, ਰਾਹ ਦਾ ਖਰਚ ਕਹਿੰਦੇ ਆ, ਪਰਮੇਸ਼ਰ ਦਾ ਨਾਮ ਲੈ ਲਾ ਤੇ ਤੇਰੇ ਕੁਲ ਨੂੰ ਜਿਹੜੀ ਹੈਗੀ ਗਾਲ ਨਹੀਂ ਲੱਗੂਗੀ। ਤੋਸਾ ਹਰ ਕਾ ਨਾਮ ਲੈ ਤੇਰੇ ਕੁਲਹਿ ਨ ਲਾਗੇ ਗਾਲ ਜੀਓ। ਤੇਰਾ ਕੁਲ ਜਿਹੜਾ ਹੈਗਾ ਸੋਭਾ ਵਾਲਾ ਹੋ ਜਾਏਗਾ ਭਾਈ। ਜੋ ਸਿਮਰਨ ਦੇ ਸਾਈ ਹੈ ਨਰਕ ਨ ਸਈ ਪਾਈ ਹੈ। ਕਹਿੰਦੇ ਜਿਹੜੇ ਵੀ ਉਹ ਸਾਈ ਨੂੰ ਸਿਮਰਦੇ ਆ, ਸਮਰਨ ਕਰਦੇ ਆ, ਧਿਆਨ ਸਿਮਰਨ ਕਰਦੇ ਆ ਜਿਹੜੇ ਮਾਲਕ ਦਾ, ਉਹ ਕਦੀ ਵੀ ਜੂਨਾਂ ਦੇ ਵਿੱਚ ਨਹੀਂ ਜਾਂਦੇ, ਨਰਕਾਂ ਦੇ ਵਿੱਚ ਨਹੀਂ ਜਾਂਦੇ ਭਾਈ। 84 ਲੱਖ ਦੋਜ਼ਖ ਹੈਗਾ ਭਾਈ, 84 ਲੱਖ ਜੂਨਾਂ ਹੈਗੀਆਂ। ਪੁਰਸਲਾਤ ਕਾ ਪੰਥ ਦੋਹਿਲਾ, ਸੰਗ ਨਾ ਸਾਥੀ ਗਵਨ ਇਕੇਲਾ। ਉਹ ਸੂਈ ਦਾ ਨੱਕਾ ਹੈਗਾ ਭਾਈ। ਮੁਕਤ ਦੁਆਰਾ, ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ। ਮਨ ਤੋਂ ਮੈਗਲ ਹੋਏ ਰਹੋ ਨਿਕਸਿਓ ਕਿਉਂ ਕਰ ਜਾਏ। ਹਾਥੀ ਜਿੰਨਾ ਮਾਨਿਆ, ਕਾਰਨ ਸ਼ੀਰ ਇੰਨਾ ਵਧਾਇਆ ਹੋਇਆ ਆਪਾਂ ਨੇ। ਕਹਿੰਦੇ ਕਿਵੇਂ, ਜਿਹੜਾ ਰਾਈ ਦੇ 10ਵੇਂ ਹਿੱਸੇ ਚੋਂ ਕਿਵੇਂ ਲੰਘੇਗਾ ਭਾਈ, ਉੱਥੇ ਤਾਂ ਡਿੱਗ ਪਏਗਾ, ਥੱਲੇ ਗਿਆ ਬਸ। ਤਾਂ ਹੀ ਤਾਂ ਕਹਿੰਦੇ ਖੰਨਿਓ ਤਿੱਖੀ ਵਾਲੋਂ ਨਿੱਕੀ ਹੈ ਮਾਰਗ ਜਾਣਾ। ਇਹ ਕਾਰਨ ਸ਼ੀਰ ਜਿਹੜਾ ਹੈਗਾ ਇਹਨੂੰ ਸਿਮਰ ਸਿਮਰ ਕੇ ਜਿਹੜਾ ਹੈਗਾ ਇਹਨੂੰ ਘਟਾਉਣਾ ਹੈ ਭਾਈ। ਆਹੀ ਯਾਤਰਾ ਹੈਗੀ ਆ, ਇਹੀ ਹਉਮੈ ਹੈਗੀ ਆ। ਜੋ ਸਿਮਰਨ ਦੇ ਸਾਈ ਹੈ ਨਰਕ ਨਾ ਸਈ ਪਾਈ ਹੈ। ਕਹਿੰਦੇ ਉਹ ਨਰਕਾਂ 'ਚ ਨਹੀਂ ਜਾਂਦੇ ਭਾਈ। ਤਤੀ ਵਾਹ ਨਾ ਲੱਗ ਗਈ ਜਿਹਨੂੰ ਮਨ ਮੁੱਠਾ ਆਓ ਜੀ ਆਏ ਜੀਓ। ਉਹਨਾਂ ਨੂੰ ਇਹ ਕਾਮ ਕ੍ਰੋਧ ਲੋਭ ਹੰਕਾਰ ਦੀ ਜਿਹੜੇ ਹੈਗੇ ਤਤੀ ਵਾਹ ਨਹੀਂ ਲੱਗਦੀ ਭਾਈ। ਜਿਨ੍ਹਾਂ ਦੇ ਮਨ 'ਚੋਂ ਮਾਲਕ ਪਰਮਾਤਮਾ ਉੱਠ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਸਹੀ ਸੁੰਦਰ ਸੋਹਣੇ ਸਾਧ ਸੰਗੇ ਜਿਨ ਬਹਿਣੇ। ਕਹਿੰਦੇ ਉਹੀ ਸੋਹਣੇ ਆ ਭਾਈ, ਸੁੰਦਰ ਹੈਗੇ ਆ, ਚੰਗੇ ਜੀਵਨ ਵਾਲੇ ਆ, ਜਿਨ੍ਹਾਂ ਨੂੰ ਸਾਧ ਸੰਗਤ ਮਿਲੀ ਹੈ, ਜਿਹੜੇ ਸਾਧ ਸੰਗਤ ਵਿੱਚ ਜਿਹੜਾ ਹੈਗਾ ਜਿਨ੍ਹਾਂ ਨੂੰ ਸਮਾਂ ਮਿਲਦਾ ਹੈ, ਜਿਨ੍ਹਾਂ ਦੇ ਭਾਗਾਂ ਦੇ ਵਿੱਚ। ਕਿਉਂਕਿ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜਿਨ੍ਹਾਂ ਨੇ ਸਤਸੰਗ ਲੱਭ ਕੇ ਕਹਿੰਦੇ ਸਤਸੰਗ ਦੇ ਵਿੱਚ ਬੈਠਣਾ ਹੋ ਗਿਆ ਜੇ ਨਾ, ਕਹਿੰਦੇ ਉਹ ਤਾਂ ਸੁੰਦਰ ਸੋਹਣੇ ਹੋ ਜਾਣਗੇ ਭਾਈ। ਉਹਨਾਂ ਨੇ ਮੱਤ ਲੈ ਲੈਣੀ ਆ, ਆਪਣੀ ਮੱਤ ਜਿਹੜੀ ਛੱਡ ਦੇਣੀ ਹੈ, ਗੁਰੂ ਦੀ ਮੱਤ ਲੈ ਲੈਣੀ ਹੈ। ਸਹੀ ਸੁੰਦਰ ਸੋਹਣੇ ਸਾਧ ਸੰਗੇ ਜਿਨ ਬਹਿਣੇ। ਕਿਉਂਕਿ ਸਾਧ ਸੰਗਤ ਦੇ ਵਿੱਚ ਗੁਣ ਲੱਭਦੇ ਆ ਪਰਮੇਸ਼ਰ ਦੇ। ਸਹੀ ਸੁੰਦਰ ਸੋਹਣੇ ਸਾਧ ਸੰਗੇ ਜਿਨ ਬਹਿਣੇ। ਹਰ ਤਨ ਜਿਨੀ ਸੰਜਿਆ ਸਹੀ ਗੰਭੀਰ ਅਪਾਰ ਜੀਓ। ਕਹਿੰਦੇ ਭਾਈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਤਨ ਜਿਨ੍ਹਾਂ ਨੇ ਇਕੱਠਾ ਕਰ ਲਿਆ, ਸੰਜ ਲਿਆ, ਕਹਿੰਦੇ ਉਹ ਤਾਂ ਸਭ ਤੋਂ ਜ਼ਿਆਦਾ ਸੀਰੀਅਸ ਹੈਗੇ ਭਾਈ, ਗੰਭੀਰ ਹੈਗੇ ਆ। ਆਪਣੇ ਜੀਵਨ ਦੇ ਪ੍ਰਤੀ ਬਹੁਤ ਗੰਭੀਰ ਆ ਭਾਈ। ਉਹਨਾਂ ਤੋਂ ਉੱਪਰ ਕੋਈ ਗੰਭੀਰ ਨਹੀਂ ਹੈਗਾ। ਸਹੀ ਗੰਭੀਰ ਅਪਾਰ ਜੀਓ। ਉਹਨਾਂ ਦਾ ਤਾਂ ਪਾਰਾਵਾਰ ਨਹੀਂ ਹੈ ਭਾਈ। ਉਹ ਤਾਂ ਮਾਲਕ ਵਰਗੇ ਹੋ ਜਾਣਗੇ। ਸਹੀ ਸੁੰਦਰ ਸੋਹਣੇ ਸਾਧ ਸੰਗੇ ਜਿਨ ਬਹਿਣੇ। ਹਰ ਤਨ ਜਿਨੀ ਸੰਜਿਆ ਸਹੀ ਗੰਭੀਰ ਅਪਾਰ ਜੀਓ। ਹਰਿਆਮਿਓ ਰਸਾਇਣ ਪੀਵੀਐ। ਕਹਿੰਦੇ ਦੁਨੀਆ ਦੇ ਵਿੱਚ ਆਏ ਹੋ ਭਾਈ, ਅੰਮ੍ਰਿਤ ਪੀਓ, ਅੰਮ੍ਰਿਤ ਪੀਓ। 100 ਦਵਾਵਾਂ ਦੀ ਇੱਕ ਦਵਾ, ਸਾਰੇ ਰਸਾਂ ਦਾ ਮਹਾਰਸ ਰਸਾਇਣ। ਹਰਿਆਮਿਓ ਰਸਾਇਣ ਪੀਵੀਐ ਮੂੰਹ ਡਿੱਠੇ ਜਨ ਕੇ ਜੀਵੀਐ। ਕਹਿੰਦੇ ਐਸੇ ਅਭਿਆਸੀ ਜਿਹੜੇ ਹੈਗੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ, ਕਹਿੰਦੇ ਉਹਨਾਂ ਦੀ ਸੰਗਤ ਦੇ ਨਾਲ ਜਿਉਂਦੇ ਹੋ ਜਾਈਏ। ਕਾਰਜ ਸਭੇ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਉ ਜੀਓ। ਕਹਿੰਦੇ ਸਾਰੇ ਕੰਮ ਸਵਾਰ ਲਾ ਪਿਆਰਿਆ ਜੇ ਤੂੰ ਆਹ ਨਿਤਨੇਮ ਬਣਾ ਲੇਗਾ। ਇਹ ਗੁਰੂ ਦੇ ਸ਼ਬਦ ਰੂਪੀ ਚਰਨ ਜਿਹੜੇ ਹੈਗੇ ਆ
ਧਿਆਨ ਸਿਮਰਨ ਜਿਹੜੇ ਹੈਗੇ ਆ ਇਹਨਾਂ ਨੂੰ ਹਮੇਸ਼ਾ ਪੂਜਦਾ ਰਹੇਗਾ, ਇਹਨਾਂ ਦਾ ਸਮਰਨ ਕਰਦਾ ਰਹੇਗਾ, ਸਾਰੇ ਕਾਰਜ ਸਵਾਰੇ ਜਾਣਗੇ ਤੇਰੇ। ਜੋ ਹਰ ਕੀਤਾ ਆਪਣਾ ਤਿਨਹਿ ਗੁਸਾਈ ਜਾਪਣਾ। ਬਸ ਆਹੀ ਹੈ ਮਾਲਕ ਪਰਮਾਤਮਾ। ਭਾਈ ਦੇਖ ਲਓ, ਜੇ ਆਪਾਂ ਧਿਆਨ ਸਿਮਰਨ ਕਰ ਰਹੇ ਹਾਂ, ਗੁਸਾਈ ਨੂੰ ਜਪ ਰਹੇ ਹਾਂ, ਨਾਮ ਵੱਲ ਲੱਗੇ ਹੋਏ ਹਾਂ ਭਾਈ, ਪ੍ਰੇਮਾ ਭਗਤੀ ਕਰ ਰਹੇ ਹਾਂ, ਤੇ ਮਾਲਕ ਨੇ ਆਪਣਾ ਬਣਾ ਲਿਆ ਆਪਾਂ ਨੂੰ। ਜੋ ਹਰ ਕੀਤਾ ਆਪਣਾ ਕੀ ਨਿਸ਼ਾਨੀ ਹੈ? ਤਿਨੇ ਗੁਸਾਈ ਜਾਪਣਾ। ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਭਾਗ ਜਿਓ। ਕਹਿੰਦੇ ਉਹੀ ਸੂਰਵੀਰ ਹੈਗਾ ਭਾਈ, ਉਹੀ ਪ੍ਰਧਾਨ ਆ ਸਾਰਿਆਂ ਤੋਂ ਉੱਪਰ, ਉਹਦੇ ਹੀ ਮੱਥੇ ਤੇ ਭਾਗ ਹੈਗੇ ਭਾਈ, ਜਿਹਨੂੰ ਮਾਲਕ ਨੇ ਆਪਣਾ ਬਣਾ ਲਿਆ। ਜਿਹੜਾ ਗੁਸਾਈ ਨੂੰ ਜਪ ਰਿਹਾ ਆ ਭਾਈ, ਉਹ ਸੂਰਵੀਰ ਆ। ਉਹਨੇ ਇਹ 5 ਯੋਧੇ ਜਿਹੜੇ ਹੈਗੇ ਇਹਨਾਂ ਨੂੰ ਦਰੜ ਦਿੱਤਾ ਉਹਨੇ। ਉਹ ਪ੍ਰਧਾਨ ਹੈਗਾ, ਉਹਦੇ ਮੱਥੇ ਤੇ ਭਾਗ ਹੈਗੇ। ਮਨ ਮਧੇ ਪ੍ਰਭ ਅਵਗਾਹੀ ਹੈ। ਕਹਿੰਦੇ ਮਨ ਦੇ ਵਿੱਚ ਮਾਲਕ ਪਰਮਾਤਮਾ ਦੇ ਦਰਸ਼ਨ ਕਰੋ, ਅਵਗਾਹੀ ਹੈ। ਮਨ ਮਧੇ ਪ੍ਰਭ ਅਵਗਾਹੀਆਂ, ਇਹ ਰਸ ਭੋਗਣ ਪਾਤਸ਼ਾਹੀਆਂ। ਕਹਿੰਦੇ ਸਾਰੇ ਦੁਨੀਆ ਦੇ ਰਸ, ਸਾਰੀਆਂ ਪਾਤਸ਼ਾਹੀਆਂ ਆ ਗਈਆਂ ਭਾਈ, ਰਸ ਭੋਗਣ ਪਾਤਸ਼ਾਹੀਆਂ। कोटलाख सर्व को राजा जिस हृदय नाम तुम्हारा। मन मधे प्रभ अवगाहिया यह रस पोगण पातशाहियाँ। मंदा मूल ना उपजो तरे सच्ची कार लाग जियो। आही सच्ची कार है भाई, जिहड़ा लग गया ਉਹਦੇ ਅੰਦਰ ਫਿਰ ਜਿਹੜੇ ਹੈਗੇ ਮੰਦੀਆਂ ਵਾਸਨਾਵਾਂ ਨਹੀਂ ਉੱਭਰਦੀਆਂ, ਨਹੀਂ ਪੈਦਾ ਹੁੰਦੀਆਂ। ਮੰਦਾ ਮੂਲ ਨਾਲ ਉਪਜਿਓ, ਕਿਉਂਕਿ ਉਹ ਮਾਇਆ ਦੇ ਵਿੱਚ ਜਿਹੜੇ ਆ ਪਦਾਰਥਾਂ ਦੇ ਵਿੱਚ ਜਿਹੜਾ ਹੈਗਾ ਉਹਦਾ ਨਹੀਂ ਜਿਹੜਾ ਹੈਗਾ ਪਦਾਰਥਾਂ ਵਿੱਚ ਵਿਚਰਦਾ, ਉਹ ਵਿੱਚ ਰਹਿੰਦੇ ਹੋਏ ਵੀ ਕਮਲ ਵਾਂਗੂ ਉਪਰਾਮ ਰਹਿੰਦਾ ਹੈ। ਮਨ ਮੰਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤਸ਼ਾਹੀਆਂ। ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰ ਲਾਗ ਜਿਓ। ਆਹੀ ਸੱਚੀ ਕਾਰ ਆ ਭਾਈ। ਇਹਦੇ ਨਾਲ, ਇਹ ਸੱਚੀ ਕਾਰ ਦੇ ਨਾਲ ਲੱਗ ਕੇ ਹੀ ਜਿਹੜਾ ਸੰਸਾਰ ਸਮੁੰਦਰ ਦੁੱਤਰ ਜਿਹੜਾ ਨਹੀਂ ਤਰਿਆ ਜਾਂਦਾ, ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਸ ਨੂੰ ਤਰੇ ਜਾਈਦਾ, ਸੁਖਾ ਨਹੀਂ ਤਰੇ ਜਾਈਦਾ। ਇੱਥੇ ਹੀ ਰਸ ਭੋਗ ਕੇ, ਇੱਥੇ ਹੀ ਪਾਤਸ਼ਾਹੀਆਂ ਅੰਮ੍ਰਿਤ ਰਸ ਦੇ ਨਾਲ ਇਸ ਤਰ੍ਹਾਂ ਜਿਹੜਾ ਹੈਗਾ ਰਾਜਿਆਂ ਵਾਂਗੂ ਤਰ ਜਾਈਦਾ ਭਾਈ। ਕਰਤਾ ਮਨ ਨੇ ਵਸਾਇਆ ਜਨਮੇ ਕਾ ਫਲ ਪਾਇਆ। ਲਓ ਦੇਖ ਲਓ, ਕਹਿੰਦੇ ਜਿਹਨੇ ਕਰਤੇ ਨੂੰ ਮਨ ਦੇ ਵਿੱਚ ਵਸਾ ਲਿਆ, ਆਪਣੇ ਆਪ ਨੂੰ ਕਰਤਾ ਛੱਡ ਦਿੱਤਾ, ਕਹਿੰਦੇ ਉਹਨੇ ਤਾਂ ਮਨੁੱਖੀ ਜੂਨ ਪਾਈ, ਸਫਲ ਕਰ ਲਈ ਉਹਨੇ। ਇਹ ਮਨੁੱਖ ਦਾ ਜਨਮ ਲੈ ਕੇ ਕਹਿੰਦੇ ਆ ਫਲ ਪ੍ਰਾਪਤ ਹੋ ਗਿਆ ਉਹਨੂੰ ਮਨੁੱਖ ਜਨਮ ਦਾ। ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ। ਮਨ ਪਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜਿਓ। ਲਓ ਸੁਹਾਗਵਤੀ ਹੋ ਗਈ ਉਹ ਜੀਵ ਇਸਤਰੀ, ਥਿਰ ਹੋ ਗਿਆ ਉਹਦਾ ਸੁਹਾਗ ਹਮੇਸ਼ਾ ਵਾਸਤੇ। ਔਰ ਮਨ ਨੂੰ ਭਾਵਦਾ ਜਿਹੜਾ ਉਹ ਮਾਲਕ ਪਰਮਾਤਮਾ, ਉਹ ਕੰਤ, ਉਹ ਪਤੀ ਪਰਮੇਸ਼ਰ ਜਿਹੜਾ ਹੈਗਾ ਉਹ ਮਿਲ ਗਿਆ ਭਾਈ। ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸ਼ਰਨ ਆਇਆ। ਅਟਲ ਪਦਾਰਥ ਕੀ ਹੈ? ਪਰਮੇਸ਼ਰ ਦਾ ਨਾਮ। ਇਹਦੇ ਵਾਸਤੇ ਆਏ ਹਾਂ ਆਪਾਂ, ਪਾ ਲਿਆ ਉਹ ਅਟਲ, ਉਹਨੂੰ ਕੋਈ ਹਿਲਾ ਨਹੀਂ ਸਕਦਾ। ਹੁਣ ਭੈ ਪੰਜਨ ਕੀ ਸ਼ਰਨ ਆਇਆ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਭੈ ਨੂੰ ਦੂਰ ਕਰਨ ਵਾਲਾ, ਉਹਦੀ ਸ਼ਰਨ ਦੇ ਵਿੱਚ ਜਾ ਕੇ ਲਾਇਨ ਚਲ ਨਾਨਕ ਤਾਰਿਅਨ ਜਿੱਤਾ ਜਨਮ ਅਪਾਰ ਜਿਓ। ਕੀ ਕਰਦਾ ਉਹ ਮਾਲਕ ਪਰਮਾਤਮਾ? ਗੁਰੂ ਨੂੰ ਮਿਲਾ ਕੇ ਪ੍ਰੇਮਾ ਭਗਤੀ ਦੇ ਦੁਆਰਾ ਇਸ ਤਰੀਕੇ ਦੇ ਨਾਲ ਆਪਣਾ ਅੰਚਲ ਫੜਾ ਕੇ ਜਿਹੜਾ ਹੈਗਾ, ਲੜ ਫੜਾ ਕੇ ਜਿਹੜਾ ਹੈਗਾ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ, ਰੱਸੀ ਫੜਾ ਦਿੰਦਾ ਹੈ। ਜਿੱਤਾ ਜਨਮ ਅਪਾਰ ਜੋ, ਇੰਨਾ ਕੀਮਤੀ ਜਨਮ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਹੈਗੀ ਉਹ ਜਿੱਤ ਲੈਂਦਾ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਾਝ ਮਹਲਾ ਪੰਜਵਾਂ ਘਰ ਤੀਜਾ। ਹਰ ਜਪ ਜਪੇ ਮਨ ਧੀਰੇ। ਲਓ ਦੇਖ ਲਓ ਭਾਈ, ਕਈ ਕਹਿੰਦੇ ਜੀ ਸਾਡਾ ਮਨ ਤਾਂ ਲੱਗਦਾ ਨਹੀਂ, ਧੀਰਜ ਤਾਂ ਆਉਂਦਾ ਨਹੀਂ ਆ, ਵਿਚਾਰ ਤਾਂ ਬੰਦ ਨਹੀਂ ਹੁੰਦੇ। ਪੰਜਵੀਂ ਪਾਤਸ਼ਾਹੀ ਕਹਿ ਰਹੀ ਭਾਈ, ਜਪਣ ਦੇ ਨਾਲ ਹੀ ਵਿਚਾਰ ਬੰਦ ਹੋਣੇ ਆ ਪਿਆਰਿਆ।
ਦੇਖ ਲਾ। ਹਰ ਜਪ ਜਪੇ ਮਨ ਧੀਰੇ, ਕਿਹਨੂੰ ਜਪਣਾ ਹੈ, ਕਿਵੇਂ ਜਪਣਾ ਹੈ। ਰਹਾਓ, ਇੰਨੀ ਕੁ ਰਹਾਓ ਦੀ ਪੰਕਤੀ ਹੈ, ਪਹਿਲਾਂ ਹੀ ਲਗਾ ਦਿੱਤੀ ਰਹਾਓ ਦੀ ਪੰਕਤੀ, ਕਿਉਂਕਿ ਪੰਜਵੀਂ ਪਾਤਸ਼ਾਹੀ ਜਿਹੜੀ ਹੈਗੀ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜਾ ਹੈਗਾ ਸਾਰਿਆਂ ਦਾ ਇਹਨਾਂ ਦਾ ਇਹੀ ਸਵਾਲ ਹੋਣਾ ਹੈ ਕਿ ਮਨ ਤਾਂ ਟਿਕਦਾ ਨਹੀਂ ਆ, ਕਿਵੇਂ ਹੋਏ ਮਨ ਨੂੰ ਧੀਰਜ ਕਿਵੇਂ ਆਏਗਾ। ਹਰ ਜਪ ਜਪੇ ਮਨ ਧੀਰੇ ਰਹਾਓ, ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ। ਗੁਰਦੇਵ, ਗੁਰੂਆਂ ਦਾ ਗੁਰੂ, ਉਹ ਮਾਲਕ ਪਰਮਾਤਮਾ, ਉਹਨੂੰ ਸਮਰਨ ਕਰ ਕਰਕੇ ਸਿਮਰ ਸਿਮਰ 2 ਵਾਰੀ ਲਿਖਿਆ ਹੋਇਆ ਦੇਖ ਲਓ ਭਾਈ। ਇਹ ਕਾਰਵਾਈ ਕਰਨੀ ਆ, ਇਹ ਕਰੀ ਜਾਣੀ ਹੈ ਜਦ ਤੱਕ ਮਨ ਨਾ ਧੀਰੇ ਪਾਏ। ਇਹਨੇ ਮਨ ਨੇ ਧੀਰਜ ਫੜਨਾ ਹੀ ਇਸ ਤਰੀਕੇ ਦੇ ਨਾਲ ਆ। ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ, ਸਾਰੇ ਮਾਇਆ ਦੇ ਭੈ ਜਿਹੜੇ ਹੈਗੇ ਦੂਰ ਹੋ ਜਾਂਦੇ ਆ ਭਾਈ, ਮਿਟ ਜਾਂਦੇ ਆ। ਸਾਰੇ ਜਿਹੜੇ ਹੈਗੇ ਸੰਸਕਾਰ ਜਿਹੜੇ ਹੈਗੇ ਆ ਉਹ ਇਸ ਤਰੀਕੇ ਦੇ ਨਾਲ ਖਤਮ ਹੋ ਜਾਂਦੇ ਆ। ਸਾਰੀਆਂ ਖਿੱਚਾਂ ਜਿਹੜੀਆਂ ਹੈਗੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਜਿਹੜੀਆਂ ਹੈਗੀਆਂ ਇਸ ਤਰੀਕੇ ਦੇ ਨਾਲ ਦੂਰ ਹੋ ਜਾਂਦੀਆਂ। ਆਹੀ ਮਾਲਕ ਪਰਮਾਤਮਾ ਦੀ ਸ਼ਰਨ ਆਉਣਾ, ਇਹੀ ਪ੍ਰੇਮਾ ਭਗਤੀ ਹੈਗੀ ਆ, ਇਹੀ ਗੁਰੂ ਨੂੰ ਪਾਉਣਾ ਹੈਗਾ। ਹਰ ਜਪ ਜਪੇ ਮਨ ਧੀਰੇ ਰਹਾਓ, ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ। ਸ਼ਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ। ਕਹਿੰਦੇ ਜਿਹਨੇ ਇਸ ਤਰ੍ਹਾਂ ਸਿਮਰਨ ਸ਼ੁਰੂ ਕਰ ਦਿੱਤਾ, ਜਪਣਾ ਸ਼ੁਰੂ ਕਰ ਦਿੱਤਾ, ਉਹ ਤਾਂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਗਿਆ, ਮਾਲਕ ਦੀ ਸ਼ਰਨ ਦੇ ਵਿੱਚ ਆ ਗਿਆ ਭਾਈ। ਫਿਰ ਉਹ ਕਿਉਂ ਝੁਰੂਗਾ, ਕਿਉਂ ਦੁਖੀ ਹੋਊਗਾ। ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ। ਕਹਿੰਦੇ ਉਹਨੇ ਤਾਂ ਭਾਈ ਚਰਨਾਂ ਦੀ ਸੇਵਾ, ਗੁਰੂ ਦੇ ਚਰਨਾਂ ਦੀ, ਸਾਧੂ ਸੰਤ ਗੁਰੂ ਦੇ ਚਰਨਾਂ ਦੀ ਸੇਵਾ, ਧਿਆਨ ਸਿਮਰਨ ਜਿਹੜਾ ਹੈਗਾ ਕਰਕੇ ਉਹਦੇ ਸਾਰੇ ਮਨੋਰਥ ਪੂਰੇ ਹੋ ਗਏ। ਆਇਆ ਸੇਵਾ ਪਾਈ। ਘੱਟ ਘੱਟ ਇੱਕ ਵਰਤਦਾ ਜਲ ਥਲ ਮਹੀਲ ਪੂਰੇ। ਕਹਿੰਦੇ ਉਹ ਮਾਲਕ ਪਰਮਾਤਮਾ ਹਰੇਕ ਘੱਟ ਘੱਟ ਦੇ ਵਿੱਚ ਪੂਰੀ ਤਰ੍ਹਾਂ ਵਰਤ ਰਿਹਾ। ਜਲ ਦੇ ਵਿੱਚ, ਥਲ ਦੇ ਵਿੱਚ, ਆਕਾਸ਼ ਦੇ ਵਿੱਚ, ਤਿੰਨਾਂ ਭਵਨਾਂ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ ਭਾਈ, ਧਰਤ ਪਤਾਲ ਆਕਾਸ਼ ਦੇ ਵਿੱਚ। ਪਾਪ ਵਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ। ਉਹ ਪਾਪਾਂ ਨੂੰ ਦੂਰ ਕਰਨ ਵਾਲਾ ਹੈ ਮਾਲਕ ਪਰਮਾਤਮਾ। ਉਹਦੀ ਇਸ ਤਰ੍ਹਾਂ ਸੇਵਾ ਹੋ ਸਕਦੀ ਹੈ ਭਾਈ। ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ। ਜਿਸੇ ਬੁਝਾਏ ਨਾਨਕਾ ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਹੈ ਆਇਆ ਭਾਈ ਬੁਝਾਈ, ਆਇਆ ਸੇਵਾ, ਜਿਹੜਾ ਨਹੀਂ ਦਿਸ ਰਿਹਾ ਮਾਲਕ ਪਰਮਾਤਮਾ। ਇਸ ਤਰ੍ਹਾਂ ਜਿਹੜੇ ਹੈਗੇ ਆਪਾਂ ਨੇ ਆਪਣੇ ਪਾਪ ਕੀਤੇ ਹੋਏ, ਆਪਣਾ ਲੇਖਾ ਸਾਰਾ ਖਤਮ ਹੋ ਜਾਂਦਾ। ਆਇਆ ਸੰਤਾਂ ਦੀ ਪਵਿੱਤਰ ਧੂਰ। ਪਾਪ ਵਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ। ਸਭ ਛੜਾਈ ਕਸਮ ਆਪ ਹਰ ਜਪ ਭਈ ਠਰੂਰੇ। ਕਹਿੰਦੇ ਜਿਹੜੇ ਵੀ ਧਿਆਨ ਸਿਮਰਨ ਵੱਲ ਲੱਗ ਗਏ, ਜਿਨ੍ਹਾਂ ਨੇ ਵੀ ਆਹ ਜਿਹੜੀ ਹੈਗੀ ਟੈਕਨੀਕ ਜਿਹੜੀ ਹੈਗੀ ਆਹ ਰਸਤਾ, ਇਹ ਲਿਵ ਵਾਲਾ ਰਸਤਾ ਲੈ ਲਿਆ ਗੁਰੂ ਕੋਲੋਂ, ਸਾਰੀ ਦੀ ਸਾਰੀ ਲੁਕਾਈ ਜਿਹੜੀ ਹੈ, ਜਿਹੜਾ ਵੀ ਇਸ ਰਸਤੇ 'ਤੇ ਆਉਂਦਾ ਹੈ, ਮਾਲਕ ਪਰਮਾਤਮਾ ਇਸ ਤਰ੍ਹਾਂ ਛੜਾ ਦਿੰਦਾ ਹੈ। ਮਾਲਕ ਨਹੀਂ ਮਾਇਆ ਪਾਈ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਲਕ ਨੇ ਪਾਇਆ। ਮਾਲਕ ਹੀ ਇਹਨਾਂ ਨੂੰ ਹਟਾ ਸਕਦਾ ਹੈ, ਹੋਰ ਕੋਈ ਨਹੀਂ ਹਟਾ ਸਕਦਾ। ਹੋਰ ਕੋਈ ਤਰੀਕਾ ਨਹੀਂ ਇਹਨਾਂ ਨੂੰ ਹਟਾਉਣ ਦਾ। ਸਭ ਛਡਾਈ ਖਸਮੇ ਆਪ। ਦੇਖ ਲਓ ਭਾਈ, ਖਸਮ ਨੇ ਆਪ ਛਡਾਈ ਆ, ਸਭ ਛਡਾਈ। ਹਰ ਜਪ ਭਈ ਠਰੂਰੇ। ਜਿੰਨੇ ਵੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀਗੇ ਸਾਰੇ ਦੇ ਸਾਰੇ ਪਰੇ ਕਰ ਦਿੱਤੇ। ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ। ਪਰਮੇਸ਼ਰ ਦਾ ਨਾਮ ਜਪ ਕੇ ਠੰਡਾ ਠਾਰ ਹੋ ਜਾਂਦਾ ਇਨਸਾਨ। ਮਾਇਆ ਦੀ ਅੱਗ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਕਰਤੇ ਕੀਆ ਤਪਾਪ ਸੋ ਦੁਸ਼ਟ ਮੂਏ ਹੋਏ ਮੂਰੇ। ਕਹਿੰਦੇ ਮਾਲਕ ਪਰਮਾਤਮਾ ਨੇ ਐਸਾ ਨਿਆਂ ਕਰ ਦਿੱਤਾ। ਇਹ ਜਿਹੜੇ ਦੁਸ਼ਟ ਸੀਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕਹਿੰਦੇ ਆ ਇਹ ਮੁਰ ਹੋ ਗਏ। ਦੁਸ਼ਟ ਮੂਏ ਹੋਏ ਮੂਰੇ। ਕਹਿੰਦੇ ਇਹਨਾਂ ਨੂੰ ਮਾਲਕ ਪਰਮਾਤਮਾ ਨੇ ਇਸ ਤਰ੍ਹਾਂ ਕਰ ਦਿੱਤਾ ਕਿ ਜਿਵੇਂ ਕਿਸੇ ਨੂੰ ਮੁਰਦਾ ਕਰ ਦੇਈਏ। ਕਰਤੇ ਕੀਆ ਤਪਾਪ ਸੋ ਦੁਸ਼ਟ ਮੂਏ ਹੋਏ ਮੂਰੇ। ਨਾਨਕ ਰਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ। ਔਰ ਅਭਿਆਸੀ ਜਿਹੜਾ ਹੈਗਾ, ਜਿਹੜਾ ਪਰਮੇਸ਼ਰ ਦੇ ਨਾਮ ਦੇ ਵਿੱਚ ਰਤਿਆ ਗਿਆ,
ਉਹ ਮਾਲਕ ਪਰਮਾਤਮਾ ਨੂੰ ਹਮੇਸ਼ਾ ਜਿਹੜਾ ਹੈਗਾ ਆਪਣੇ ਅੰਦਰ, ਉਹਦੇ ਅੰਦਰ ਇੱਕ ਵਾਰੀ ਮਾਲਕ ਆ ਗਿਆ ਅਤੇ ਭਾਈ ਹਮੇਸ਼ਾ ਵਾਸਤੇ ਮਾਲਕ ਦਾ ਸਾਥ ਮਾਣਦਾ ਹੈ। ਬੂੰਦ ਸਾਗਰ ਦੇ ਵਿੱਚ ਹੁੰਦੀ ਹੈ। ਦੁਨੀਆ ਦੇ ਵਿੱਚ ਰਹਿੰਦੇ ਹੋਏ ਵੀ ਜਿਹੜਾ ਹੈਗਾ ਉਹ ਬਸ ਮਾਲਕ ਦੇ ਨਾਲ, ਉਹ ਤਾਂ ਖਾਲੀ ਸਰੀਰ ਹੈਗਾ, ਪਰ ਅੰਦਰੋਂ ਜਿਹੜਾ ਹੈਗਾ ਉਹ ਬੂੰਦ ਸਾਗਰ ਦੇ ਵਿੱਚ ਜਾ ਚੁੱਕੀ ਹੈ। ਇਹ 5 ਸੀਗੇ ਨੰਬਰ ਪਏ ਆ ਬਹੁਤ ਵੱਡੇ, ਇਹਨਾਂ ਨੂੰ ਵੀ ਆਪਾਂ ਥੋੜ੍ਹਾ ਜਿਹਾ ਦੇਖ ਲਈਏ। 8 ਪਹਿਲਾਂ ਪਾਇਆ ਹੈ, ਇਹ ਅਸ਼ਟਪਦੀ 8 ਪਦਿਆਂ ਦਾ ਹੈਗਾ ਸ਼ਬਦ। ਇਹ ਮਾਝ 5 ਲਿਖਿਆ ਹੋਇਆ ਹੈ, ਇਹ 5ਵੀਂ ਹੈਗੀ ਆ। 5 ਹੋ ਗਈਆਂ ਇਸ ਤੋਂ ਪਹਿਲਾਂ, 4 ਇਸ ਤੋਂ ਪਹਿਲਾਂ ਹੋਰ ਹੋ ਗਈਆਂ, ਇਹ 5ਵੀਂ ਹੈਗੀ। ਅਤੇ 39 ਲਿਖਿਆ ਹੋਇਆ ਆ, ਇਹ 5 ਐਡ ਕਰਕੇ 39 ਬਣ ਗਈਆਂ ਟੋਟਲ। 5ਵੀਂ ਪਾਤਸ਼ਾਹ ਦੀਆਂ 5 ਅਤੇ 39 ਹੋ ਗਈਆਂ ਟੋਟਲ। 34 ਦੂਸਰੀਆਂ ਰਹਿ ਗਈਆਂ। ਹੁਣ 34 ਦਾ ਖੁਲਾਸਾ ਲਈਏ। ਇੱਕ ਜਿਹੜੀ ਹੈਗੀ ਆ ਪਹਿਲੀ, ਇੱਕ ਪਹਿਲੀ ਪਾਤਸ਼ਾਹੀ ਦੀ ਹੈਗੀ ਆ। ਉਸ ਤੋਂ ਬਾਅਦ ਜਿਹੜਾ ਹੈਗਾ 31 ਦੀ ਲੜੀ ਹੈਗੀ ਤੀਸਰੀ ਪਾਤਸ਼ਾਹੀ ਦੀ। ਫਿਰ ਇੱਕ ਹੋਰ ਹੈਗੀ ਤੀਸਰੀ ਪਾਤਸ਼ਾਹੀ ਦੀ। 32 ਹੋ ਗਈਆਂ ਤੀਸਰੀ ਪਾਤਸ਼ਾਹੀ ਦੀਆਂ। ਅਤੇ ਆ ਇੱਕ ਜਿਹੜੀ ਹੈਗੀ ਪਹਿਲੀ ਪਾਤਸ਼ਾਹੀ ਦੀ 33 ਹੋ ਗਈਆਂ। ਅਤੇ ਇੱਕ ਜਿਹੜੀ ਹੈਗੀ ਆ ਚੌਥੀ ਪਾਤਸ਼ਾਹੀ ਦੀ ਹੈਗੀ ਆ 34 ਹੋ ਗਈਆਂ। ਅਤੇ ਆ 5 ਜਿਹੜੀਆਂ ਹੈਗੀਆਂ ਇਹ 5ਵੀਂ ਪਾਤਸ਼ਾਹੀ ਦੀਆਂ। 34 ਅਤੇ 5 39, ਆ ਲਾਸਟ ਨੰਬਰ 39 ਹੈਗਾ। ਸੀਲ ਬੰਦ ਕਰ ਦਿੱਤਾ। ਇੱਕ ਸ਼ਬਦ ਦਾ ਹਿਸਾਬ ਕਿਤਾਬ ਗਿਣਤੀ ਮਿਣਤੀ ਹੈਗੀ, ਤਾਂ ਕਰਕੇ ਗਿਆਨ ਭਾਈ ਬਚਿਆ ਹੋਇਆ ਹੈ। ਆਹ ਦੇਖ ਲਓ ਐਡੀਟਿੰਗ ਜਿਹੜੀ ਹੈਗੀ ਆ, ਛੋਟੀ ਉਮਰ ਦੇ ਵਿੱਚ ਹੀ ਜਿਹੜੇ ਹੈਗੇ ਇੱਕ ਭੰਡਾਰਾ ਜਿਹੜਾ ਹੈਗਾ ਤਿਆਰ ਕਰਕੇ, ਔਰ ਇੰਨਾ ਇਹਨੂੰ ਇੰਟਰਲੋਕਿੰਗ ਕਰਕੇ ਜਿਹੜਾ ਹੈਗਾ ਉਸ ਟਾਈਮ ਜਿਹੜਾ ਹੈਗਾ ਨਾ ਕੋਈ ਕੰਪਿਊਟਰ, ਨਾ ਕੋਈ ਲੈਪਟਾਪ, ਨਾ ਕੋਈ ਜਿਹੜਾ ਹੈਗਾ ਸਾਈਕਲੋ ਸਟਾਈਲ, ਨਾ ਕੋਈ ਜਿਹੜਾ ਹੈਗਾ ਕਾਪੀਅਰ, ਕੁਛ ਵੀ ਨਹੀਂ ਹੈ। ਜਿਹੜਾ ਕਿਵੇਂ ਜਿਹੜੇ ਹੈਗੇ ਕਿੰਨੇ ਕੁ ਸਿੱਖ ਜਿਹੜੇ ਹੈਗੇ ਲੱਗਦੇ ਹੋਣਗੇ, ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਸਾਰਾ ਉਸ ਟਾਈਮ ਮੁਗਲਾਂ ਦੇ ਰਾਜ ਦੇ ਵਿੱਚ ਜਿਹੜਾ ਹੈਗਾ ਮਹਾਰਾਜ ਨੇ ਮੁਕੰਮਲ ਕੀਤਾ ਆ। ਸਲੂਟ ਆ ਭਾਈ, ਜਿਨ੍ਹਾਂ ਦਾ ਕਿ ਜਨਮ ਦਿਨ ਦਿਹਾੜਾ ਜਿਹੜਾ ਹੈਗਾ ਆਪਾਂ ਮਨਾ ਰਹੇ, ਸਲੂਟ ਆ ਭਾਈ, ਉਹਨਾਂ ਨੂੰ ਸਲੂਟ ਹੈਗਾ। ਬਾਰਾਂਮਾਹਾ ਮਾਝ ਮਹੱਲਾ 5ਵਾਂ ਘਰ ਚੌਥਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਮਹੀਨਿਆਂ ਦੇ ਵਿੱਚ 12 ਮਹੀਨੇ ਹੈਗੇ, ਜਿਹੜੇ ਮਹੀਨਿਆਂ ਦੇ ਵਿੱਚ ਮਹਾਰਾਜ ਨੇ ਜਿਹੜਾ ਹੈਗਾ ਮਾਝ ਰਾਗ ਦੇ ਵਿੱਚ ਇਹ ਆਪਾਂ ਨੂੰ ਜਿਹੜਾ ਹੈਗਾ ਇਹਦੇ ਥਰੂ ਜਿਹੜਾ ਹੈਗਾ ਪ੍ਰੇਮਾ ਭਗਤੀ ਕਰਨ ਦਾ ਜਿਹੜਾ ਹੈਗਾ ਆਪਾਂ ਨੂੰ ਆਪਣੇ ਅੰਦਰ ਉਤਸ਼ਾਹ ਜਿਹੜਾ ਹੈਗਾ ਮਹੀਨਿਆਂ ਦੇ ਦੁਆਰਾ ਜਿਹੜਾ ਹੈਗਾ ਮਹਾਰਾਜ ਦੇ ਰਹੇ, ਗਿਆਨ ਦੇ ਰਹੇ ਆ। 5ਵੀਂ ਪਾਤਸ਼ਾਹੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਕੇ ਵਿਛੜੇ, ਦੇਖੋ ਵਿਛੜੇ ਕਿਉਂ ਆਪਾਂ, ਕਹਿੰਦੇ ਕਿਰਤ ਕਰਮ ਆ, ਕੀਤੇ ਹੋਏ ਕਰਮ ਹੈਗੇ ਆਪਣੇ, ਤਾਂ ਆਪਾਂ ਵਿਛੜੇ ਹੋਏ ਆ। ਇਹਦਾ ਮਤਲਬ ਜਿਹੜੇ ਹੈਗੇ ਆਪਾਂ ਨੂੰ ਜੋ ਵੀ ਆਪਾਂ ਕਰ ਰਹੇ ਹਾਂ ਇੱਥੇ ਸੰਸਾਰ ਦੇ ਵਿੱਚ, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਜੋ ਵੀ ਆਪਾਂ ਬੀਜ ਰਹੇ ਹਾਂ ਉਹ ਆਪਾਂ ਨੂੰ ਵੱਢਣਾ ਪੈਣਾ ਹੈ ਭਾਈ। 5ਵੀਂ ਪਾਤਸ਼ਾਹੀ ਕਹਿ ਰਹੀ ਆ ਭਾਈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਹਿੰਦੇ ਕੀਤੇ ਹੋਏ ਕਰਮਾਂ ਦੇ ਨਾਲ ਵਿਛੜੇ ਹੋਏ ਆ ਮਾਲਕਾ, ਤੇਰਾ ਕੋਈ ਇਹਦੇ ਵਿੱਚ ਕੋਈ ਤੇਰਾ ਦੋਸ਼ ਨਹੀਂ ਹੈਗਾ, ਤੇਰੀ ਖੇਡ ਹੈਗੀ ਆ। ਬਸ ਅਸੀਂ ਆਪਣੇ ਕਰਮਾਂ ਦੇ ਕਾਰ ਆਪਣੀ ਚੋਇਸ ਦੇ ਨਾਲ ਵਿਛੜੇ ਹੋਏ ਆ। ਹੁਣ ਮਿਹਰ ਕਰ ਸਾਨੂੰ ਜਿਹੜਾ ਹੈਗਾ, ਹੁਣ ਮਿਹਰ ਕਰ, ਮਿਲਾ ਸਾਨੂੰ। ਮੈਂ ਮਿਲਣਾ ਚਾਹੁੰਦਾ, ਅਸੀਂ ਮਿਲਣਾ ਚਾਹੁੰਦੇ ਹਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਪਾ ਕਰਕੇ ਮਿਲਾ ਦੇ ਮਾਲਕਾ, ਆਪਣੇ ਨਾਲ ਮਿਲਾ ਦੇ। 4 ਕੁੰਟ ਦੈ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਕਹਿੰਦੇ ਅਸੀਂ ਜਿਹੜੇ ਹੈਗੇ ਆ ਚਾਰੋਂ ਦਿਸ਼ਾਵਾਂ ਦੇ ਵਿੱਚ, ਚਾਰੋਂ ਪਾਸੇ 10 ਦਿਸ਼ਾਵਾਂ ਦੇ ਵਿੱਚ ਜਿਹੜੇ ਹੈਗੇ ਉੱਪਰ ਥੱਲੇ ਸਾਰੇ ਮਿਲਾ ਕੇ, ਕਹਿੰਦੇ ਅਸੀਂ ਜਿਹੜੇ ਹੈਗੇ ਆ ਭਰਮ ਚੁੱਕੇ ਹਾਂ, ਭਟਕ ਚੁੱਕੇ ਹਾਂ, ਥੱਕ ਗਏ ਹਾਂ, ਤੇਰੀ ਸ਼ਰਨ ਦੇ ਵਿੱਚ ਆ ਗਏ ਹਾਂ ਮਾਲਕਾ। ਹੁਣ ਜਿਹੜਾ ਹੈਗਾ ਇਸ ਤਰ੍ਹਾਂ ਭਟਕਿਆ ਨਹੀਂ ਜਾਂਦਾ ਜੂਨਾਂ ਦੇ ਵਿੱਚ, ਆਕਾਸ਼ ਦੇ ਵਿੱਚ, ਧਰਤੀ ਦੇ ਵਿੱਚ
ਪਤਾਲ ਦੇ ਵਿੱਚ, ਪਾਣੀ ਦੇ ਵਿੱਚ ਕਿੱਥੇ ਕਿੱਥੇ ਜਿਹੜੇ ਹੈਗੇ ਆ। ਫਿਰ ਜਿਹੜਾ ਹੈਗਾ ਬਗੈਰ ਸਰੀਰ ਦੇ ਜਿਹੜਾ ਹੈਗਾ ਪ੍ਰੇਤ, ਭੂਤ ਪ੍ਰੇਤ, ਕਈ ਕੋਟ ਭੂਤ ਪ੍ਰੇਤ, ਸ਼ੁਕਰ ਮਿਰਗਾਚ, ਇਹ ਸਾਰੀਆਂ ਜੂਨਾਂ ਦੇ ਵਿੱਚ ਭਟਕ ਚੁੱਕੇ ਆ। ਚਾਰੋਂ ਪਾਸੇ 10 ਦਿਸ਼ਾਵਾਂ ਦੇ ਵਿੱਚ ਥੱਕ ਆਏ ਪ੍ਰਭ ਕੀ ਸਾਮ, ਤੇਰੀ ਸ਼ਰਨ ਦੇ ਵਿੱਚ ਆ ਗਏ ਮਾਲਕਾ, ਹੁਣ ਮਿਹਰ ਕਰ। ਤੈਨ ਦੁਦੇ ਤੇ ਬਾਹਰੀ ਕਿਤੇ ਨਾ ਆਵੇ ਖਾਮ। ਦੇਖ ਲਾ ਮਾਲਕਾ, ਸਰੀਰ ਮਿਲਦਾ ਹੈ ਸਾਨੂੰ, ਅਸੀਂ ਜਿਹੜਾ ਸਰੀਰ ਨੂੰ ਜਿਵੇਂ ਗਾਂ ਜਿਹੜੀ ਹੈਗੀ ਆ ਉਹ ਦੁੱਧ ਨਹੀਂ ਦਿੰਦੀ, ਉਹਨੂੰ ਜਿਹੜਾ ਹੈਗਾ ਕੋਈ ਨਹੀਂ ਸਿਆਣਦਾ, ਉਸੇ ਤਰੀਕੇ ਦੇ ਨਾਲ ਉਹਨੂੰ ਕੋਈ ਪੱਠੇ ਨਹੀਂ ਪਾਉਂਦਾ। ਉਸੇ ਤਰੀਕੇ ਦੇ ਨਾਲ ਮਾਲਕਾ ਸਾਡੀ ਜਿਹੜੀ ਹੈਗੀ ਆ, ਅਸੀਂ ਜੂਨਾਂ ਦੇ ਵਿੱਚ ਭਟਕਦੇ ਹਾਂ, ਫਿਰ ਮਨੁੱਖਾ ਜੂਨ ਮਿਲਦੀ ਆ। ਮਨੁੱਖਾ ਜੂਨ ਪਾ ਕੇ ਵੀ ਅਸੀਂ ਜਿਹੜੇ ਹੈਗੇ ਧਿਆਨ ਸਿਮਰਨ ਨਹੀਂ ਕਰਦੇ, ਫਿਰ ਵਾਪਸ ਜਿਹੜੇ ਹੈਗੇ ਸਾਡੀ ਹਾਲਤ ਜਿਹੜੀ ਹੈਗੀ ਉਹ ਉਸੇ ਗਾਂ ਵਰਗੀ ਹੋ ਜਾਂਦੀ ਹੈ। ਤੈਨ ਦੁਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਹੀਂ ਦਾਮ। ਜਿਸ ਤਰੀਕੇ ਦੇ ਨਾਲ ਪਾਣੀ ਤੋਂ ਬਗੈਰ ਖੇਤੀ ਜਿਹੜੀ ਹੈ ਕੁਮਲਾ ਜਾਂਦੀ ਹੈ, ਕੋਈ ਦਾਮ ਨਹੀਂ ਉਪਜਦੇ, ਕੋਈ ਉਹਦੀ ਵੱਟ ਨਹੀਂ, ਵੱਟਿਆ ਨਹੀਂ ਜਾਂਦਾ ਕੁਛ। ਉਸੇ ਤਰੀਕੇ ਦੇ ਨਾਲ ਅਸੀਂ ਜਿਹੜੇ ਮਨੁੱਖੀ ਜੂਨ ਪਾ ਲੈਂਦੇ ਹਾਂ, ਮਨੁੱਖੀ ਜੂਨ ਪਾ ਕੇ ਜਿਹੜਾ ਹੈਗਾ ਸੁੱਕ ਜਾਂਦੇ ਹਾਂ। ਅਸੀਂ ਜਿਹੜੇ ਹੈਗੇ ਸਾਡੀ ਵੀ ਕੋਈ ਵੁਕਤ ਨਹੀਂ ਆ, ਸਾਡੀ ਵੀ ਕੋਈ ਖੱਟੀ ਨਹੀਂ ਹੁੰਦੀ। ਹਰ ਨਾਹ ਨਾ ਮਿਲੀਏ ਸਾਜਨ ਕਤ ਪਾਈਏ ਵਿਸਰਾਮ। ਜੋ ਮਾਲਕ ਪਰਮਾਤਮਾ ਜਿਹੜਾ ਹੈਗਾ, ਪਤੀ ਜਿਹੜਾ ਹੈਗਾ, ਇਹ ਮੌਖਾ ਜਿਹੜਾ ਹੈਗਾ, ਇਹ ਪੇਕੇ ਘਰ ਦੇ ਵਿੱਚ ਗੁਰੂ ਨੂੰ ਮਿਲ ਕੇ ਜਿਹੜੇ ਹੈਗੇ ਆ, ਜੇ ਮਾਲਕ ਪਰਮਾਤਮਾ ਵਾਲੇ ਗੁਣ ਨਹੀਂ ਪ੍ਰਾਪਤ ਕੀਤੇ, ਮਾਲਕ ਨੂੰ ਇਸ ਮਨੁੱਖੀ ਜੂਨ ਦੇ ਵਿੱਚ ਨਹੀਂ ਪਾਇਆ, ਆਹੀ ਹੈਗਾ ਆਪਣਾ ਸੁਹਾਗਣ ਹੋਣ ਦਾ ਚਾਂਸ, ਸਮਾਂ। ਕਤ ਪਾਈਏ ਵਿਸਰਾਮ ਔਰ ਨਾ ਮਿਲੀਏ ਸਾਜਨੇ ਕਤ ਪਾਈਏ ਵਿਸਰਾਮ। ਕਹਿੰਦੇ ਫਿਰ ਤਾਂ ਪਿਆਰਿਆ ਜਿਹੜਾ ਕਿਤੇ ਵੀ ਰੋਕ ਨਹੀਂ ਹੋ ਸਕਦੀ, ਐਸੇ ਤਰੀਕੇ ਦੇ ਨਾਲ ਗਤੀ ਕਰਦਾ ਰਹੇਗਾ ਫਿਰ ਤੂੰ। ਜਿਤ ਕਰ ਹਰ ਕੰਤ ਨਾ ਪ੍ਰਗਟੀ ਪੱਠ ਨਗਰ ਸੇ ਗ੍ਰਾਮ। ਕਹਿੰਦੇ ਜਿਸ ਜੀਵ ਇਸਤਰੀ ਨੇ, ਜਿਸ ਇਨਸਾਨ ਨੇ ਮਨੁੱਖਾ ਜੂਨ ਪਾ ਕੇ ਉਹ ਮਾਲਕ ਪਰਮਾਤਮਾ, ਪਤੀ ਪਰਮਾਤਮਾ ਨੂੰ ਨਹੀਂ ਪ੍ਰਗਟ ਕੀਤਾ, ਜਿਹਦੇ ਅੰਦਰ, ਜਿਹੜੇ ਘਰ ਦੇ ਵਿੱਚ, ਜਿਹੜੇ ਹਿਰਦੇ ਘਰ ਦੇ ਵਿੱਚ, ਕਹਿੰਦੇ ਉਹ ਤਾਂ ਜਿਹੜੇ ਹੈਗੇ ਆ ਕਿੰਨਾ ਵੀ ਖੁਸ਼ਹਾਲ ਹੈਗਾ ਨਗਰ ਗ੍ਰਾਮ, ਕਿਹੇ ਜਿਹਾ ਮਰਜ਼ੀ ਜਿਹੜੇ ਸੁੱਖ ਸੁਵਿਧਾਵਾਂ ਹੈਗੀਆਂ ਉਹਦੀਆਂ, ਕਹਿੰਦੇ ਉਹਦਾ ਪੱਠੇ ਵਾਂਗੂ ਤਪ ਰਿਹਾ ਆ ਭਾਈ, ਸੜ ਰਿਹਾ ਆ ਪੱਠੇ ਵਾਂਗੂ, ਉਹਦਾ ਜੀਵਨ ਸੜ ਰਿਹਾ ਆ, ਉਹਦਾ ਜੀਵਨ ਕੋਈ ਫਾਇਦਾ ਨਹੀਂ ਹੈ ਉਹਦੇ ਜੀਵਨ ਦਾ। ਜਿਤ ਕਰੇ ਹਰ ਕੰਤ ਨਾ ਪ੍ਰਗਟੀ ਪੱਠ ਨਗਰ ਸੇ ਗ੍ਰਾਮ। ਸਰਬ ਸਿੰਗਾਰ ਤਮੋਲ ਰਸ ਸਣ ਦੇ ਹੀ ਸਭ ਖਾਮ। ਜਿੰਨੇ ਵੀ ਜਿਹੜੇ ਹੈਗੇ ਉਹਦੇ ਸ਼ਿੰਗਾਰ ਹੈਗੇ, ਜਿੰਨਾ ਵੀ ਪੈਸਾ ਹੈਗਾ, ਧਨ ਦੌਲਤ, ਸੁੱਖ ਸੁਵਿਧਾਵਾਂ, ਤੰਬੋਲ ਪਾਨ ਨੂੰ ਕਹਿੰਦੇ, ਜੋ ਵੀ ਦੁਨੀਆ ਦੇ ਰਸ ਭੋਗ ਰਿਹਾ ਆ, ਸਣ ਦੇ ਹੀ ਸਰੀਰ ਦੇ ਨਾਲ, ਜਿਹੋ ਜਿਹਾ ਮਰਜ਼ੀ ਸੋਹਣਾ ਸਰੀਰ ਹੈਗਾ, ਤੰਦਰੁਸਤ ਹੈਗਾ, ਸਾਰੇ ਦੇ ਸਾਰੇ ਕਹਿੰਦੇ ਆ ਸਭ ਖਾਮ, ਕਹਿੰਦੇ ਵਿਅਰਥ ਹੈਗੇ ਭਾਈ, ਸਾਰੇ ਦੇ ਸਾਰੇ ਖਾਮ ਵਿਅਰਥ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭੇ ਜਾਮ। ਕਹਿੰਦੇ ਪਰਮਾਤਮਾ ਤੋਂ, ਉਸ ਮਾਲਕ ਪਰਮਾਤਮਾ, ਪਤੀ ਪਰਮਾਤਮਾ ਤੋਂ ਬਗੈਰ ਜਿੰਨੇ ਵੀ ਮਿੱਤਰ ਸੱਜਣ ਹੈਗੇ, ਸਾਰੇ ਦੇ ਸਾਰੇ ਜਮ ਹੈਗੇ, ਜਮ ਦੇ ਵਸ ਜਾਣ ਵਾਲੇ ਆ, ਜਮਾਂ ਵਰਗੇ ਹੀ ਹੈਗੇ ਭਾਈ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਸਾਰੇ ਜਮਾਂ ਵੱਲ ਲੈ ਕੇ ਚਲੇ ਜਾਣਗੇ ਭਾਈ, ਇਹਨਾਂ ਦਾ ਮੋਹ। ਨਾਨਕ ਹੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ। ਸਾਡੀ ਬੇਨਤੀ ਹੈ ਮਾਲਕਾ, ਕਿਰਪਾ ਕਰ, ਕਿਰਪਾ ਕਰਕੇ ਗੁਰੂ ਨੂੰ ਮਿਲਾ ਔਰ ਨਾਮ ਵਾਲਾ ਰਸਤਾ ਦਿਖਾ। ਨਾਮ ਦਾ ਧਿਆਨ ਸਿਮਰਨ ਕਰਨ ਦਾ ਜਿਹੜਾ ਹੈਗਾ ਜਾਚ ਸਾਨੂੰ ਸਿਖਾ। ਹਾਂ ਮੌਕਾ ਦੇ ਆਪਣੇ ਨਾਲ ਮਿਲਣ ਦਾ। ਹਰ ਮਿਲ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਇਸ ਤਰ੍ਹਾਂ ਆਪਣੇ ਨਾਲ ਮਲਾਲਾ ਮਾਲਕਾ, ਕਿਉਂਕਿ ਤੂੰ ਹਮੇਸ਼ਾ ਅਬਨਾਸੀ ਹੈਗਾ, ਤੇਰਾ ਟਿਕਾਣਾ ਅਬਨਾਸੀ ਹੈਗਾ। ਮੈਂ ਵੀ ਭਟਕ ਕੇ ਥੱਕ ਗਏ, ਅਸੀਂ ਵੀ ਭਟਕ ਕੇ ਆਪਣੇ ਨਾਲ ਮਿਲਾ, ਨਿਹਚਲ ਕਰ ਸਾਨੂੰ ਵੀ। ਕਿੰਨੀ ਬੇਨਤੀ ਹੈਗੀ, ਦੇਖੋ ਕਿੰਨੀ ਬੇਨਤੀ ਹੈਗੀ ਇਹਦੇ ਵਿੱਚ। ਜੇ ਤੇ ਗੋਵਿੰਦ ਆਰਾਧੀਏ ਹੋਵੇ ਅਨੰਤ ਕਣਾ।
ਚੇਤ ਦੇ ਮਹੀਨੇ ਦੇ ਵਿੱਚ ਜਿਹੜਾ ਹੈਗਾ ਕਹਿੰਦੇ ਇੰਨੀ ਖੁਸ਼ੀ ਆ ਜਾਏਗੀ ਤੇਰੇ ਅੰਦਰ, ਜੇ ਕਿਤੇ ਤੂੰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰ ਜਾਏਗਾ, ਘਣਾ ਆਨੰਦ ਹੋ ਜਾਏਗਾ ਤੇਰੇ ਅੰਦਰ। ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ, ਇਹ ਜਿਹੜਾ ਰਸਤਾ ਹੈਗਾ, ਇਹ ਜਿਹੜਾ ਹੈਗਾ ਸੰਤ ਜਨਾ ਸਾਧ ਸੰਗਤ ਦੇ ਵਿੱਚ ਮਿਲਦਾ ਹੈ ਭਾਈ। ਮਾਲਕ ਪਰਮਾਤਮਾ ਹਿਰਦੇ 'ਚ ਉੱਠ ਜਾਂਦਾ ਹੈ, ਜੀਵ ਦੇ ਨਾਲ, ਰਸਨਾ ਦੇ ਨਾਲ, ਨਾਮ ਭਣਨ ਦੇ ਨਾਲ। ਜੀਵ ਕਿਹੜੀ ਹੈ? ਮਨ ਦੀ ਜੀਵ ਹੈ, ਸੁਰਤ ਹੈਗੀ ਹੈ, ਸੁਰਤ ਦੇ ਦੁਆਰਾ ਨਾਮ ਪੜ੍ਹਨਾ ਹੈ। ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ, ਜਿਨੇ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਕਹਿੰਦੇ ਜਿਨ੍ਹਾਂ ਨੇ ਵੀ ਆਪਣੇ ਮਾਲਕ ਪਰਮਾਤਮਾ ਨੂੰ ਇਸ ਤਰੀਕੇ ਦੇ ਨਾਲ ਪਾ ਲਿਆ, ਕਹਿੰਦੇ ਉਹਨਾਂ ਨੂੰ ਹੀ ਉਹੀ ਮਨੁੱਖੀ ਜੂਨ ਦੇ ਵਿੱਚ ਆਏ ਜਿਹੜੇ ਹੈਗੇ, ਉਹੀ ਗਿਣਤੀ ਦੇ ਵਿੱਚ ਹੈਗੇ ਭਾਈ। ਬਾਕੀ ਤਾਂ ਕਹਿੰਦੇ ਆ ਵੇਸਟ ਹੈਗੇ, ਉਹਨਾਂ ਦਾ ਕੀ ਗਿਣਨਾ ਹੈ। ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਕਹਿੰਦੇ ਇੱਕ ਖਿਨ ਵਾਸਤੇ ਵੀ ਜੇ ਮਾਲਕ ਪਰਮਾਤਮਾ ਦੀ ਯਾਦ ਤੋਂ ਜਗ੍ਹਾ ਬਗੈਰ ਜਿਹੜਾ ਹੈਗਾ ਜਿਉਣਾ ਹੈਗਾ, ਕਹਿੰਦੇ ਵਿਅਰਥ ਹੈਗਾ ਭਾਈ, ਵਿਅਰਥ ਹੈਗਾ। ਇਹ ਜਨਮ ਪਾਇਆ ਵਿਅਰਥ ਹੈਗਾ। ਕਹਿੰਦੇ ਜੇ ਇੱਕ ਖਿਨ ਵੀ ਆਪਾਂ ਮਾਲਕ ਪਰਮਾਤਮਾ ਦੀ ਯਾਦ ਤੋਂ ਸਖਣੇ ਹੈਗੇ ਤਾਂ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਆਪਾਂ ਤਾਂ ਇੱਕ ਖਿਨ ਵੀ ਨਹੀਂ ਭਗਤੀ ਕਰਦੇ ਸਾਰੀ ਉਮਰ ਦੇ ਵਿੱਚ। ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਉਹ ਮਾਲਕ ਪਰਮਾਤਮਾ ਜਿਹੜਾ ਜਲ ਦੇ ਵਿੱਚ, ਥਲ ਦੇ ਵਿੱਚ, ਆਕਾਸ਼ ਦੇ ਵਿੱਚ, ਹਰ ਜਗ੍ਹਾ 'ਤੇ ਪੂਰੀ ਤਰ੍ਹਾਂ ਰਵਿਆ ਹੋਇਆ ਆ। ਸਾਰੇ ਸੰਸਾਰ ਜਿਹੜੇ ਹੈਗੇ ਵਨ ਦੇ ਵਿੱਚ ਉਹਦਾ ਮਾਲੀ ਉਹੀ ਮਾਲਕ ਪਰਮਾਤਮਾ ਹੈਗਾ। ਸੋ ਪ੍ਰਭ ਚਿੱਤ ਨਾ ਆਵਈ ਕਿਤੜਾ ਦੁੱਖ ਗਣਾ। ਕਹਿੰਦੇ ਜੇ ਉਹ ਮਾਇਸਾ ਮਾਲਕ ਪਰਮਾਤਮਾ ਜਿਹੜਾ ਹੈਗਾ, ਸਾਰੀ ਸ੍ਰਿਸ਼ਟੀ ਦਾ ਮਾਲਕ ਜਿਹੜਾ ਹੈਗਾ, ਆਪਾਂ ਨੂੰ ਸਾਰਾ ਕੁਝ ਦੇਣ ਵਾਲਾ ਮਾਲਕ ਜਿਹੜਾ ਹੈਗਾ, ਜੇ ਉਹਨੂੰ ਆਪਣੇ ਚਿੱਤ ਦੇ ਵਿੱਚ ਨਹੀਂ ਆਪਾਂ ਵਸਾਉਂਦੇ, ਤੇ ਕਹਿੰਦੇ ਇਸ ਤੋਂ ਉੱਪਰ ਕੀ ਦੁੱਖ ਹੋ ਸਕਦਾ ਹੈ ਭਾਈ। ਕਿੰਨਾ ਕੁ ਦੁੱਖ ਹੈਗਾ, ਕਿੰਨਾ ਵੱਡਾ ਦੁੱਖ, ਇਸ ਤੋਂ ਉੱਪਰ ਕਿਹੜਾ ਦੁੱਖ ਹੈਗਾ। ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਕਹਿੰਦੇ ਜਿਨ੍ਹਾਂ ਨੇ ਉਹ ਮਾਲਕ ਪਰਮਾਤਮਾ ਦਾ ਸਾਥ ਮਾਣ ਲਿਆ, ਕਹਿੰਦੇ ਉਹ ਤਾਂ ਭਾਈ, ਉਹ ਤਾਂ ਉਹਨਾਂ ਦੇ ਭਾਗ ਦੇ ਵਿੱਚ ਜਿਹੜੇ ਉਹਨਾਂ ਦੇ ਤਾਂ ਭਾਗ ਦੀ ਮਣੀ ਜਾਗ ਗਈ ਉਹਨਾਂ ਦੇ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਉਹਨਾਂ ਦੇ ਮਨ ਦੇ ਵਿੱਚ ਆ ਗਈ ਨਾਮ ਵਾਲੀ ਮਣੀ, ਉਹਨਾਂ ਦੇ ਉੱਚੇ ਭਾਗ ਹੋ ਗਏ ਭਾਈ, ਸਭ ਤੋਂ ਉੱਪਰਲੇ ਭਾਗ ਹੋ ਗਏ, ਭਾਗ ਮਣਾ, ਸਾਰਿਆਂ ਤੋਂ ਉੱਪਰਲੇ ਭਾਗ। ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ। ਕਹਿੰਦੇ ਮਾਲਕ ਪਰਮਾਤਮਾ ਦੇ ਦਰਸ਼ਨਾਂ ਨੂੰ ਜਿਹੜਾ ਹੈਗਾ ਮਨ ਦੇ ਵਿੱਚ ਇੱਛਾ ਹੈ ਤੇ ਪਿਆਸ ਹੈਗੀ। ਮਹਾਰਾਜ ਕਹਿੰਦੇ ਆ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ। ਅਭਿਆਸੀ ਦਾ ਮਨ ਪਰਮਾਤਮਾ ਦੇ ਦਰਸ਼ਨਾਂ ਨੂੰ ਲੋਚਦਾ ਹੈ, ਉਹਦੇ ਅੰਦਰ ਪਿਆਸ ਹੁੰਦੀ ਆ। ਚੇਤੇ ਮਿਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾ। ਚੇਤ ਦੇ ਮਹੀਨੇ 'ਚ ਜਿਹੜਾ ਵੀ ਮੈਨੂੰ ਕੌਣ? ਗੁਰੂ ਬ੍ਰਹਮ ਗਿਆਨੀ ਪਰਮਾਤਮਾ ਨੂੰ ਮਿਲਾ ਦਿੰਦੇ ਆ। ਕਹਿੰਦੇ ਉਹਨਾਂ ਦੇ ਹੀ ਪੈਰੀ ਪਾਵਾਂ, ਉਹਨਾਂ ਦੇ ਹੀ ਜਿਹੜਾ ਸੰਗਤ ਕਰਾਂ। ਚੇਤੇ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਆਹ ਚੁਆਇਸ ਹੈਗੀ ਭਾਈ, ਉਹੀ ਹੈਗੇ ਪੂਰਨ ਗੁਰੂ। ਵੈਸਾਖ ਤੀਰਨ ਕਿਉਂ ਵਾਡੀਆਂ ਜਿੰਨਾ ਪ੍ਰੇਮ ਵਿਸ਼ੋ। ਵਿਸਾਖ ਦਾ ਮਹੀਨਾ ਆ ਗਿਆ ਭਾਈ, ਕਹਿੰਦੇ ਖੁਸ਼ਹਾਲੀ ਦਾ ਮਹੀਨਾ ਹੈ। ਕਹਿੰਦੇ ਉਹਨਾਂ ਦੇ ਅੰਦਰ ਧੀਰਜ ਕਿਉਂ ਆਏਗਾ? ਜਿਹੜੀਆਂ ਵਾਂਡੀਆਂ ਹੈਗੀਆਂ, ਪ੍ਰੇਮ ਤੋਂ ਸਖਣੀਆਂ ਹੈਗੀਆਂ, ਜਿਹੜਾ ਪਤੀ ਪਰਮਾਤਮਾ ਦੇ ਸਾਥ ਤੋਂ ਵਾਂਡੀਆਂ ਹੈਗੀਆਂ, ਜਿਹੜੇ ਮਾਲਕ ਨੂੰ ਛੱਡ ਕੇ ਬਾਹਰ ਜਿਹੜਾ ਹੈਗਾ ਇਹ 9 ਦਰਵਾਜ਼ਿਆਂ ਤੋਂ ਜਿਹੜੇ ਹੈਗੇ ਆ ਬਾਹਰ ਜਿਹੜੀਆਂ ਗਈਆਂ ਹੋਈਆਂ ਆ, ਜਿਨ੍ਹਾਂ ਦੀ ਪ੍ਰਾਣ ਸ਼ਕਤੀ ਬਾਹਰ ਜਾ ਰਹੀ ਹੈ। ਵੈਸਾ ਕੇ ਧੀਰਨ ਕਿਉਂ ਵਾਂਡੀਆਂ ਜਿੰਨਾ ਪ੍ਰੇਮ ਵਿਸ਼ੋ। ਧਨ ਵਾਂਡੀ ਫਿਰ ਦੇਸ ਨਿਵਾਸੀ, ਮਾਲਕ ਅੰਦਰ ਆਪਾਂ ਬਾਹਰ। ਵੈਸਾ ਕੇ ਧੀਰਨ ਕਿਉਂ ਵਾਂਡੀਆਂ ਜਿੰਨਾ ਪ੍ਰੇਮ ਵਿਸ਼ੋ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ। ਕਿਵੇਂ ਵਾਂਡੇ ਗਏ ਆਪਾਂ? ਕਹਿੰਦੇ ਮਾਇਆ ਦੀ ਧੋ ਲੱਗੀ ਪਈ ਆ। ਮਾਇਆ ਦੀ ਤ੍ਰਿਸ਼ਨਾ ਜਿਹੜੀ ਇੰਨੀ ਮਾਇਆ ਦੀ ਖਿੱਚ ਹੈਗੀ ਆ। ਹਰ ਸਾਜਨ ਪੁਰਖ ਵਿਸਾਰ ਕੇ, ਉਹ ਸੱਜਣ, ਉਹ ਪੁਰਖ ਮਾਲਕ ਪਰਮਾਤਮਾ ਨੂੰ ਭੁਲਾ ਕੇ ਮਾਇਆ ਵੱਲ ਨੂੰ ਸੁਰਤ ਕੀਤੀ ਹੋਈ ਆ।
ਪੁੱਤਰ ਕਲੱਤਰ ਨਾ ਸੰਗ ਤਨਾ ਹਰ ਅਬਨਾਸੀ ਉਹ। ਕਹਿੰਦੇ ਦੇਖ ਲਓ ਭਾਈ, ਆਇਆ ਆਪਣਾ ਜਿਹੜਾ ਹੈਗਾ, ਕਹਿੰਦੇ ਨਾ ਤੇਰਾ ਪੁੱਤ ਤੇ ਨਾ ਤੇਰੇ ਜਿਹੜੇ ਹੈਗੇ ਬੱਚੇ, ਜਿਹੜੇ ਹੈਗੇ ਪੁੱਤਰੀ ਪੁੱਤ ਸਾਰੇ ਕਲੱਤਰ ਘਰ ਵਾਲੀ, ਤੇ ਨਾ ਤੇਰਾ ਸੰਗ ਧਨ ਜਿਹੜਾ ਹੈਗਾ, ਇਹ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਉਸ ਮਾਲਕ ਪਰਮਾਤਮਾ ਤੋਂ ਇਲਾਵਾ ਇਹ ਸਾਰੇ ਜਿਹੜੇ ਹੈਗੇ ਫੈਬਰੀਕੇਟਡ ਹੈਗੇ, ਨਾਸ ਹੋਣ ਵਾਲੇ ਹੈਗੇ ਆ, ਇਹ ਮਾਇਆ ਹੈਗੀ ਆ। ਉਹ ਅਬਨਾਸੀ, ਉਹ ਮਾਲਕ ਪਰਮਾਤਮਾ ਹੈ। ਉਹਦਾ ਤਨ ਨਾਮ ਤਨ ਉਹ ਅਬਨਾਸੀ ਹੈਗਾ। ਪੁੱਤਰ ਕਲੱਤਰ ਨਾ ਸੰਗ ਤਨ ਹਰ ਅਬਨਾਸੀ ਹੋ। ਪਲਚ ਸਗਲੀ ਮੂਈ ਝੂਠੈ ਤੰਦੇ ਮੋਹ। ਕਹਿੰਦੇ ਇਸ ਤਰੀਕੇ ਦੇ ਨਾਲ ਪਲਚ ਕੇ ਜਿਹੜਾ ਹੈਗਾ ਖੁਆਰ ਹੋ ਕੇ ਜਿਹੜਾ ਹੈਗੇ ਝੂਠੇ ਧੰਦਿਆਂ ਦੇ ਵਿੱਚ ਸਾਰੀ ਦੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆ, ਸਾਰੇ ਮਨੁੱਖ ਜਿਹੜੇ ਹੈਗੇ ਮਨੁੱਖੀ ਜੂਨ ਪਾ ਕੇ ਜਿਹੜੀ ਹੈ ਗਵਾ ਜਾਂਦੇ ਆ ਭਾਈ। ਪਲਚ ਸਗਲੀ ਮੂਈ, ਸਾਰੀ ਆਤਮਿਕ ਮੌਤ ਮਰ ਜਾਂਦੇ ਆ ਭਾਈ। ਕੁਛ ਵੀ ਖੱਟੀ ਨਹੀਂ ਆਤਮਾ ਦੇ ਰੂਪ 'ਚ, ਆਤਮਾ ਦੇ ਤਲ ਤੇ ਕੁਛ ਵੀ ਨਹੀਂ ਕੀਤਾ। ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਕਹਿੰਦੇ ਮੋਹ ਦੇ ਧੰਦਿਆਂ ਦੇ ਵਿੱਚ, ਝੂਠੇ ਧੰਦਿਆਂ ਦੇ ਵਿੱਚ ਹੀ ਲੱਗ ਕੇ ਆਪਣਾ ਜਿਹੜਾ ਜੀਵਨ ਗੁਜ਼ਾਰ ਦਿੱਤਾ। ਇੱਕ ਸਰਗੇ ਨਾਮ ਬਿਨ ਅੱਗੇ ਲਈਏ ਖੋਹ। ਜਿਹੜੇ ਵੀ ਧੰਦੇ ਜੋ ਕਮਾਈ ਕੀਤੀ ਸੀਗੀ, ਕਹਿੰਦੇ ਪਰਮੇਸ਼ਰ ਦੇ ਨਾਮ ਧਨ ਤੋਂ ਇਲਾਵਾ ਸਾਰਾ ਅੱਗੇ ਨਹੀਂ ਜਾਂਦਾ ਭਾਈ, ਖੋਲਿਆ ਜਾਂਦਾ, ਇੱਥੇ ਹੀ ਖੋਲਿਆ ਜਾਂਦਾ। ਈਵਨ ਜਿਹੜਾ ਸਰੀਰ ਜਿਹੜਾ ਹੈਗਾ, ਇਹ ਸਰੀਰ ਵੀ ਇੱਥੇ ਹੀ ਖੋਲਿਆ ਜਾਂਦਾ। ਇੱਕ ਸਰਕੇ ਨਾਮ ਬਿਨ ਅੱਗੇ ਲਈਏ ਖੋਹ। ਦਉ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ। ਦੇਖ ਲਓ ਦਿਆਲੂ ਪਰਮਾਤਮਾ ਨੂੰ ਭੁਲਾ ਕੇ ਕਹਿੰਦੇ ਭਾਈ ਠੱਗਿਆ ਗਿਆ, ਖੁਆਰ ਹੋ ਗਿਆ, ਵਿਗੁਚਣਾ ਗਲਤ ਰਸਤੇ ਤੇ ਚਲਾ ਗਿਆ, ਗੁਆਚ ਗਿਆ। ਪ੍ਰਭ ਬਿਨ ਅਵਰ ਨਾ ਕੋਏ। ਪਰਮਾਤਮਾ ਤੋਂ ਬਗੈਰ ਹੋਰ ਕੋਈ ਨਹੀਂ ਹੈਗਾ ਭਾਈ। ਹਰ ਪਾਸੇ ਆਖੇੜ ਸਾਰੀ ਨੈਗੇਟਿਵ ਪੋਜ਼ਿਟਿਵਿਟੀ ਮਾਲਕ ਪਰਮਾਤਮਾ ਦੀ ਹੈਗੀ। ਪ੍ਰੀਤਮ ਚਰਨੀ ਜੋ ਲਗੇ ਤਿਨਕੀ ਨਿਰਮਲ ਸੋਏ। ਜਿਹੜੇ ਵੀ ਉਸ ਮਾਲਕ ਪਰਮਾਤਮਾ ਦੇ ਚਰਨਾਂ ਦੇ ਵਿੱਚ ਧਿਆਨ ਸਿਮਰਨ ਕਰਦੇ ਆ, ਪਰਮੇਸ਼ਰ ਦੇ ਸੋਹਣੇ ਜਪਣ ਵਾਲੇ ਚਰਨ ਹਿਰਦੇ 'ਚ ਵਸਾਉਂਦੇ ਆ ਗੁਰੂ ਦੇ ਰਾਹੀਂ, ਕਹਿੰਦੇ ਉਹਨਾਂ ਦੀ ਸੋਭਾ ਨਿਰਮਲ ਹੈਗੀ ਭਾਈ। ਜਿਹੜਾ ਵੀ ਉਹਨਾਂ ਦੀ ਸੰਗਤ ਕਰੂਗਾ ਨਿਰਮਲ ਹੋ ਜਾਏਗਾ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਹੇ ਮੇਰੇ ਮਾਲਕਾ, ਮੇਰੀ ਬੇਨਤੀ ਹੈਗੀ ਮੈਨੂੰ ਵੀ ਜਿਹੜਾ ਹੈਗਾ ਭਗਤੀ ਦੇ, ਮੈਨੂੰ ਵੀ ਜਿਹੜਾ ਹੈਗਾ ਮੇਰੇ ਅੰਦਰ ਨਹੀਂ ਭਾਗ ਹੈਗੇ, ਮੇਰੇ ਵੀ ਭਾਗ ਲਿਖ ਮਾਲਕਾ। ਮੈਨੂੰ ਵੀ ਗੁਰੂ ਨੂੰ ਮਿਲਾ, ਮੈਨੂੰ ਵੀ ਸਤ ਸੰਗਤ ਦੇ, ਮੈਨੂੰ ਵੀ ਸਾਧ ਸੰਗਤ ਦੇ, ਮੈਨੂੰ ਵੀ ਧਿਆਨ ਸਿਮਰਨ ਦੇ, ਮੈਨੂੰ ਵੀ ਪ੍ਰਾਪਤ ਹੋ ਜਾਏ ਤੇਰਾ ਸਾਥ। ਵੈਸਾਖ ਸੁਹਾਵਾ ਤਾਂ ਲਗਾ ਜਾਂ ਸੰਤ ਭੇਟੇ ਹਰ ਸੋਏ। ਕਹਿੰਦੇ ਵੈਸਾਖੀ ਦਾ ਮਹੀਨਾ ਜਿਹੜਾ ਹੈਗਾ ਤਾਂ ਸੋਹਣਾ ਲੱਗਦਾ ਹੈ ਜੇ ਕਿਤੇ ਗੁਰੂ ਗਾਈਡ ਮਿਲ ਜਾਏ, ਜੇ ਕਿਤੇ ਸਹੀ ਰਸਤਾ ਲੱਭ ਜਾਏ, ਜੇ ਕਿਤੇ ਸਹੀ ਰਸਤੇ ਤੇ ਆਪਾਂ ਤੁਰ ਪਈਏ। ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਦੇ ਅੱਗੇ ਸਭ ਨਿਵਨ। ਕਹਿੰਦੇ ਉਹਦੇ ਨਾਲ ਜੁੜਨਾ ਚਾਹੀਦਾ ਹੈ। ਜੇਠ ਦਾ ਮਹੀਨਾ ਹੈਗਾ, ਤਪਨ ਦਾ ਮਹੀਨਾ ਹੈਗਾ, ਕਹਿੰਦੇ ਉਹਦੇ ਨਾਲ ਜੁੜੋ, ਉਸ ਮਾਲਕ ਪਰਮਾਤਮਾ ਦੇ ਨਾਲ ਜੁੜੋ ਜਿਹੜਾ ਕਿ ਜਿਹਦੇ ਅੱਗੇ ਸਾਰੇ ਨਿਵਦੇ ਆ ਪਾਏ, ਜੋ ਸਭ ਤੋਂ ਉੱਚਾ ਹੈਗਾ। ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭੇ ਨਿਵਨ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ। ਕਹਿੰਦੇ ਜੇ ਕਿਤੇ ਮਾਲਕ ਪਰਮਾਤਮਾ ਦੇ ਨਾਲ, ਉਹਦੇ ਚਰਨਾਂ ਦੇ ਨਾਲ ਲੱਗ ਜਾਵਾਂਗੇ, ਮਾਲਕ ਨਾਲ ਬੰਨੇ ਜਾਵਾਂਗੇ, ਤੇ ਹੋਰ ਕੋਈ ਨਹੀਂ ਬਣ ਸਕਦਾ। ਫਿਰ ਮਾਇਆ ਨਹੀਂ ਬਣ ਸਕਦੀ ਪਾਏ। ਜੇ ਮਾਲਕ ਦੀ ਦਾਵਣ ਦੇ ਨਾਲ ਲੱਗ ਗਏ, ਮਾਲਕ ਦੇ ਨਾਲ ਬੰਨੇ ਗਏ, ਪ੍ਰੇਮ ਦੇ ਨਾਲ, ਪ੍ਰੇਮ ਦੀਆਂ ਡੋਰੀਆਂ ਦੇ ਨਾਲ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ। ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾਹੀ ਸਨ। ਕਹਿੰਦੇ ਸਭ ਤੋਂ ਕੀਮਤੀ ਮਾਣਕ ਮੋਤੀ ਜਿਹੜੇ ਹੈਗੇ ਪਰਮੇਸ਼ਰ ਦਾ ਨਾਮ ਹੈਗਾ ਪਾਏ। ਉਸ ਨੂੰ ਕੋਈ ਚੁਰਾ ਨਹੀਂ ਸਕਦਾ, ਕੋਈ ਲੈ ਨਹੀਂ ਸਕਦਾ। ਜਿੰਨਾ ਦੇਵਾਂਗੇ ਓਨਾ ਵਧੂਗਾ। ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾਹੀ ਸਨ। ਰੰਗ ਸਭੇ ਨਾਰਾਇਣੇ ਜੇਤੇ ਮਨ ਭਾਵਨ। ਕਹਿੰਦੇ ਸਾਰੇ ਦੇ ਸਾਰੇ ਦੁਨੀਆ ਦੇ ਰੰਗ ਜਿਹੜੇ ਹੈਗੇ ਆ ਮਾਲਕ ਪਰਮਾਤਮਾ ਦੇ ਵਿੱਚ ਹੈਗੇ ਸਾਰੇ ਦੇ ਸਾਰੇ। ਜੇ ਕਿਤੇ ਉਹ ਮਾਲਕ ਪਰਮਾਤਮਾ ਮਨ ਦੇ ਵਿੱਚ ਭਾ ਜਾਏ ਪਾਏ, ਸਾਰੇ ਪਾਸਿਓਂ, ਹਰ ਪਾਸਿਓਂ ਇਨਸਾਨ ਜਿਹੜਾ ਹੈਗਾ ਖੁਸ਼ਹਾਲ ਸੰਤੁਸ਼ਟ ਹੋ ਜਾਏਗਾ।
ਰੰਗ ਸਭੇ ਨਾਰਾਇਣ ਜੇਤੇ ਮਨੇ ਪਾਵਨ, ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਨ। ਕਹਿੰਦੇ ਜੋ ਮਾਲਕ ਪਰਮਾਤਮਾ ਦੇਖ ਲਓ ਸਭ ਤੋਂ ਸੁਪਰੀਮ ਹੈਗਾ, ਜੋ ਚਾਹੁੰਦਾ ਹੈਗਾ ਉਹੀ ਕਰਦਾ ਹੈਗਾ, ਉਹੀ ਕਰਵਾਉਂਦਾ ਵੀ ਹੈਗਾ। ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸਹੀ ਕਈਏ ਧਨ। ਜਿਨ੍ਹਾਂ ਨੂੰ ਉਹ ਮਾਲਕ ਪਰਮਾਤਮਾ ਨੇ ਆਪਣਾ ਬਣਾ ਲਿਆ, ਜਿਨ੍ਹਾਂ ਨੇ ਆਪਸ਼ਨ ਦੇਤੀ, ਜਿਨ੍ਹਾਂ ਨੇ ਪ੍ਰੇਮਾ ਭਗਤੀ ਜਿਹੜੀ ਹੈਗੀ ਇਹ ਰਸਤੇ ਨੂੰ ਚੂਜ਼ ਕਰ ਲਿਆ, ਜਿਨ੍ਹਾਂ ਨੇ ਲਿਵ ਵਾਲਾ ਪੈਰ ਚੱਕ ਲਿਆ, ਜਿਨ੍ਹਾਂ ਨੇ ਮਾਲਕ ਨੂੰ ਸੰਤੁਸ਼ਟ ਕਰ ਦਿੱਤਾ, ਮਾਲਕ ਨੇ ਗੁਰੂ ਨੂੰ ਮਿਲਾ ਕੇ ਜਿਹੜਾ ਹੈਗਾ ਉਹਨਾਂ ਨੂੰ ਆਪਣਾ ਬਣਾ ਲਿਆ, ਭਗਤੀ ਮਾਰਗ 'ਤੇ ਲਾ ਦਿੱਤਾ। ਕਹਿੰਦੇ ਉਹੀ ਧਨ ਹੈ ਭਾਈ, ਉਹੀ ਧਨ ਹੈਗੇ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਕਹਿੰਦੇ ਆਪਣੇ ਆਪ ਹੀ ਜਿਹੜਾ ਹੈਗਾ ਆਪਣ ਲਿਆ ਜੇ ਮਿਲੇ, ਆਪ ਹੀ ਜਿਹੜਾ ਇਨਸਾਨ ਜਿਹੜਾ ਹੈਗਾ ਆਪਣੇ ਆਪ ਹੀ ਕਰਕੇ ਜੇ ਮਿਲ ਜਾਏ ਪਰਮਾਤਮਾ ਨੂੰ, ਤੇ ਫਿਰ ਤਾਂ ਵਿਛੜ ਕੇ ਕਹਿੰਦੇ ਕਿ ਰੋਣ ਕਿਉਂ। ਫਿਰ ਦਾਤ ਮਾਲਕ ਨੇ ਦੇਣੀ ਹੈ, ਮਿਲਾਉਣਾ ਮਾਲਕ ਪਰਮਾਤਮਾ ਨੇ, ਚੋਇਸ ਆਪਾਂ ਨੇ ਕਰਨੀ ਹੈ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਗਾਈਡ ਮਿਲ ਜਾਂਦੇ ਆ, ਸਾਧ ਸੰਗਤ ਮਿਲ ਜਾਂਦੀ ਆ, ਇਹ ਮਾਲਕ ਪਰਮਾਤਮਾ ਨੇ ਦੇਣੀ ਹੈਗੀ ਭਾਈ, ਉਹ ਸਾਰੇ ਦੁਨੀਆ ਦੇ ਰੰਗ ਮਾਣਦੇ ਆ ਭਾਈ। ਨਾਮ ਦੇ ਰੰਗ ਦੇ ਵਿੱਚ, ਪਰਮੇਸ਼ਰ ਦੀ ਭਗਤੀ ਦੇ ਵਿੱਚ ਸਾਰੇ ਰੰਗ ਆ ਗਏ। ਪੂਰੀ ਤਰ੍ਹਾਂ ਜਿਹੜਾ ਹੈਗਾ ਉਹਨਾਂ ਦਾ ਹਿਰਦਾ ਸੈਟਿਸਫਾਈ ਹੋ ਜਾਂਦਾ ਹੈ। ਹਰ ਜੇਠ ਰੰਗੀਲਾ ਤਿਸ ਧਣੀ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਕਹਿੰਦੇ ਜੇਠ ਦਾ ਮਹੀਨਾ ਜਿਹੜਾ ਹੈਗਾ ਖੁਸ਼ਹਾਲ ਜਿਹੜਾ ਹੈਗਾ, ਰੰਗਾਂ ਵਾਲਾ ਜਿਹੜਾ ਹੈਗਾ, ਮਸਤੀ ਵਾਲਾ, ਉਸ ਦੇ ਵਾਸਤੇ, ਉਸ ਧਣੀ ਦੇ ਵਾਸਤੇ ਹੈਗਾ ਜਿਹਦੇ ਭਾਗਾਂ ਦੇ ਵਿੱਚ ਜਿਹਦੇ ਮੱਥੇ 'ਤੇ ਭਾਗ ਹੈਗੇ ਭਾਈ, ਜਿਹਦੇ ਕੋਲ ਧਿਆਨ ਸਿਮਰਨ ਹੈਗਾ, ਜਿਹਦੇ ਕੋਲ ਪ੍ਰੇਮਾ ਭਗਤੀ ਹੈਗੀ ਆ, ਉਹਨੂੰ ਇਹ ਜਿਹੜਾ ਹੈਗਾ ਜੇਠ ਦਾ ਮਹੀਨਾ ਜਿਹੜਾ ਹੈਗਾ ਚੰਗਾ ਲੱਗਦਾ ਹੈ ਭਾਈ। ਇੱਕ ਹੋਰ ਲੈ ਲਈਏ। ਆਸਾੜ ਤਪੰਦਾ ਤਿਸ ਲਗੇ, ਹਰ ਨਾਹ ਨਾ ਜਿੰਨਾ ਪਾਸ। ਕਹਿੰਦੇ ਆਸਾੜ ਦਾ ਮਹੀਨਾ ਜਿਹੜਾ ਹੈਗਾ, ਸਾੜੇ ਦਾ ਮਹੀਨਾ, ਤਪਸ਼ ਦਾ ਮਹੀਨਾ। ਕਹਿੰਦੇ ਉਹਨਾਂ ਨੂੰ ਜਿਹੜਾ ਹੈ ਤਪਸ਼ ਹੁੰਦੀ ਆ, ਜਿਨ੍ਹਾਂ ਦੇ ਕੋਲ ਮਾਲਕ ਪਰਮਾਤਮਾ, ਜਿਨ੍ਹਾਂ ਦਾ ਪਤੀ ਨਹੀਂ ਹੈਗਾ ਉਹਨਾਂ ਦੇ ਘਰ। ਹਰ ਨਾਹ ਨਾ ਜਿੰਨਾ ਪਾਸ, ਜਿਹੜੇ ਭਗਤੀ ਨਹੀਂ ਕਰਦੇ, ਪਰਮੇਸ਼ਰ ਦੀ ਯਾਦ ਨਹੀਂ ਹੈਗੀ ਜਿਨ੍ਹਾਂ ਦੇ ਅੰਦਰ। ਜਗਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਚੁਆਇਸ ਕਰ ਲਈ, ਮਾਇਆ ਦੀ ਚੁਆਇਸ ਕਰ ਲਈ, ਮਨੁੱਖਾਂ ਦੀ ਚੁਆਇਸ ਕਰ ਲਈ, ਆਕਾਰ ਦੀ ਚੁਆਇਸ ਕਰ ਲਈ, ਪਰਿਵਾਰ ਦੀ, ਸੰਸਾਰ ਦੀ ਚੁਆਇਸ ਕਰ ਲਈ। ਉਹਨਾਂ ਨੇ ਜਗਜੀਵਨ ਪੁਰਖ ਤਿਆਗ ਕੇ, ਦੇਖ ਲਓ ਆਪਸ਼ਨ ਆਪਣੇ ਕੋਲ ਆ, ਨਹੀਂ ਰਸਤਾ ਚੂਜ਼ ਕੀਤਾ। ਜਗਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਮਾਨਸ ਤੋਂ ਆਸ ਕਰ ਲਈ, ਇੱਥੋਂ ਸੁੱਖ ਭਾਲਣ ਲੱਗ ਪਏ। ਉਹਨਾਂ ਦੇ ਵਾਸਤੇ ਫਿਰ ਜਿਹੜਾ ਹੈਗਾ ਇਹ ਆਸਾੜ ਦਾ ਮਹੀਨਾ ਪਾਏ ਤਪੇਗਾ। ਆਸਾੜ ਤਪੰਦਾ ਤਿਸ ਲਗੇ, ਉਸ ਨੂੰ ਤਪਣ ਵਾਲਾ ਤਪਿਸ਼ ਲੱਗੇਗੀ ਭਾਈ, ਉਹਦਾ ਹਿਰਦਾ ਸੜਦੇ ਰਹੇਗਾ। ਜਿਹਨੇ ਮਾਲਕ ਪਰਮਾਤਮਾ ਦੀ ਚੁਆਇਸ ਨਹੀਂ ਕੀਤੀ, ਮਾਇਆ ਦੇ ਬਦਲੇ ਜਿਹੜਾ ਹੈਗਾ ਪਰਮਾਤਮਾ ਨੂੰ ਜਿਹੜਾ ਹੈਗਾ ਕੀਮਤੀ ਧਨ ਜਿਹੜਾ ਹੈਗਾ, ਰਤਨ ਜਿਹੜਾ ਹੈਗਾ ਕੌਡੀ ਦੇ ਬਦਲੇ ਤਿਆਗ ਦਿੱਤਾ ਉਹਨੇ। ਆਸਾੜ ਤਪੰਦਾ ਤਿਸ ਲਗੇ, ਹਰ ਨਾਹ ਨਾ ਜਿੰਨਾ ਪਾਸ। ਜਗਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਦੂਏ ਭਾਏ ਵਿਗੂਚੀਏ ਗਲ ਪਈ ਸੋ ਜਮ ਕੀ ਪਾਸ। ਕਹਿੰਦੇ ਉਹ ਤਾਂ ਡੁਆਲਿਟੀ ਦੇ ਨਾਲ ਜੁੜ ਗਿਆ ਭਾਏ। ਉਹਨੇ ਪਰਮਾਤਮਾ ਨੂੰ ਛੱਡ ਕੇ ਜਿਹੜਾ ਹੈਗਾ, ਜਿਹੜੀ ਮਾਇਆ, ਜਿਹੜੀ ਮ੍ਰਿਗ ਤ੍ਰਿਸ਼ਨਾ ਜਿਹੜੀ ਹੈਗੀ, ਉਹਨੂੰ ਜਿਹੜਾ ਹੈਗਾ ਉਹਨੂੰ ਐਕਸੈਪਟ ਕਰ ਲਿਆ। ਆਹ ਰਸਤਾ ਚੂਜ਼ ਕਰ ਲਿਆ ਉਹਨੇ, ਉਹਦੀ ਚੋਇਸ ਡਿਮਾਂਡ ਆਹ ਹੋ ਗਈ। ਉਹ ਠੱਗਿਆ ਗਿਆ, ਵਿਗੁੱਚਿਆ ਗਿਆ, ਗਲਤ ਰਸਤੇ 'ਤੇ ਤੁਰ ਗਿਆ, ਖੁਆਰ ਹੋ ਗਿਆ। ਉਹਦੇ ਗਲ ਦੇ ਵਿੱਚ ਜਮਾਂ ਦੀ ਫਾਹੀ ਪੈਣੀ ਹੈ, ਕਿਉਂਕਿ ਉਹਨੇ ਜਮ ਵਾਲਾ ਰਸਤਾ ਜਿਹੜਾ ਹੈਗਾ ਚੂਜ਼ ਕੀਤਾ ਹੈਗਾ। ਦੂਏ ਭਾਏ ਬਗੁਚੀਏ ਗਲ ਪਈ ਸੋ ਜਮ ਕੀ ਫਾਸ। ਇੱਕ ਪਰਮਾਤਮਾ ਹੈ, ਦੂਜਾ ਜਿਹੜਾ ਹੈਗਾ ਜਮਾ ਵਾਲਾ ਰਸਤਾ ਹੈਗਾ, ਮਾਇਆ ਵਾਲਾ ਰਸਤਾ ਹੈਗਾ। ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ। ਕਹਿੰਦੇ ਉਹਦੀ ਮਰਜ਼ੀ ਹੈਗੀ ਭਾਈ, ਹੁਣ ਜੋ ਵੀ ਬੀਜਦਾ ਹੈ ਉਹ ਉਹਨੂੰ ਵੱਢਣ ਨੂੰ ਮਿਲੂਗਾ। ਜੋ ਉਹਦੇ ਮੱਥੇ 'ਤੇ ਲਿਖਿਆ ਭਾਈ ਉਹੀ ਉਹਨੂੰ ਮਿਲਣਾ ਹੈ।
ਮਾਇਆ ਦੇ ਵਿੱਚ ਜੋ ਕੁਝ ਵੀ ਕਹਿ ਰਿਹਾ, ਮਾਲਕ ਪਰਮਾਤਮਾ ਜਿਹੜਾ ਹੈਗਾ ਇੱਥੇ ਵੀ ਨਿਆਂ ਕਰਦਾ ਹੈ ਭਾਈ। ਜੋ ਕਮਾਈ, ਜਿਸ ਤਰ੍ਹਾਂ ਦੀ ਕਮਾਈ, ਨੈਗੇਟਿਵਿਟੀ ਦੀ, ਪਾਪਾਂ ਦੀ ਕਮਾਈ ਕਰਦੇ ਆ, ਪਾਪਾਂ ਦੇ ਨਾਲ ਫਿਰ ਜਿਹੜਾ ਹੈਗਾ ਆਪਾਂ ਨੂੰ ਖੁਆਰੀ ਮਿਲਦੀ ਆ। ਜੇ ਇੱਥੇ ਜਿਹੜਾ ਹੈਗਾ ਚੰਗੇ ਕਰਮ ਕਰਦੇ ਆ ਤੇ ਫਿਰ ਜਿਹੜੇ ਹੈਗੇ ਦੁਨੀਆ ਦੇ ਵਿੱਚ ਸਤੋਗੁਣੀ ਜਿਹੜੇ ਹੈਗੇ ਉਹਦੀ ਪ੍ਰਾਪਤੀ ਮਾਲਕ ਇੱਥੇ ਧਨ ਦੌਲਤ ਦੇ ਨਾਲ ਜਿਹੜਾ ਹੈਗਾ ਉਹ ਸੁੱਖ ਸੁਵਿਧਾਵਾਂ ਦੇ ਦਿੰਦਾ ਹੈ। ਪਰ ਜਿਹਾ ਬੀਜੇ ਸੋ ਲੁਣੇ, ਜੋ ਬੀਜਦੇ ਆ ਭਾਈ ਉਹੀ ਵੱਢਣ ਨੂੰ ਮਿਲਦਾ ਹੈ। ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼। ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਜਿਨ੍ਹਾਂ ਨੇ ਦੂਜਾ ਪਾਓ ਜਿਹੜਾ ਇਹ ਰਸਤਾ ਚੂਜ਼ ਕਰ ਲਿਆ, ਜਮਾਂ ਦਾ ਰਸਤਾ, ਉਹਨਾਂ ਦੀ ਉਮਰ ਜਿਹੜੀ ਹੈਗੀ ਆ ਰਹਿਣ ਵਿਹਾਣੀ, ਉਮਰ ਖਤਮ ਹੋ ਗਈ, ਸਵਾਸ ਖਤਮ ਹੋ ਗਏ, ਮਨੁੱਖੀ ਜੀਵਨ ਖਤਮ ਹੋ ਗਈ। ਪਛਤਾਉਣਗੇ, ਪਛਤਾਉਂਦੇ ਹੋਏ ਚਲੇ ਗਏ, ਨਿਰਾਸ਼ ਹੋ ਕੇ। ਕੁਛ ਵੀ ਨਹੀਂ ਇਕੱਠੀ ਕੀਤੀ ਉਹਨਾਂ ਨੇ, ਮਨੁੱਖੀ ਜੀਵਨ ਚਾਂਸ ਵੀ ਚਲਾ ਗਿਆ ਉਹਨਾਂ ਦਾ। ਜਿਨਕੋ ਸਾਧੂ ਭੇਟੀਏ ਸੋ ਦਰ ਗਏ ਹੋਏ ਖਲਾਸ। ਜਿਨ੍ਹਾਂ ਨੂੰ ਗੁਰੂ ਮਿਲ ਗਿਆ ਪਾਏ, ਜਿਨ੍ਹਾਂ ਨੇ ਪਰਮਾਤਮਾ ਦੇ ਅੱਗੇ ਜਿਹੜਾ ਹੈਗਾ ਮਾਲਕ ਦੇ ਵੱਲ ਨੂੰ ਆਉਣ ਦਾ ਜਿਹੜਾ ਹੈਗਾ ਚੁਆਇਸ ਕਰ ਲਈ, ਡਿਮਾਂਡ ਕਰ ਲਈ, ਜਿਨ੍ਹਾਂ ਨੇ ਜਿਹੜਾ ਹੈਗਾ ਜਗਜੀਵਨ ਪੁਰਖ ਜਿਹੜਾ ਹੈਗਾ ਉਹਦੀ ਡਿਮਾਂਡ ਕਰ ਲਈ, ਆਪਣੇ ਪਤੀ ਪਰਮਾਤਮਾ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਗੁਰੂ ਮਿਲ ਜਾਂਦਾ ਹੈ। ਉਹ ਜਿਹੜੇ ਹੈਗੇ ਆ ਸੋ ਦਰ ਗਏ ਹੋਏ ਖਲਾਸ, ਉਹਨਾਂ ਦੇ ਨਾਮ ਤਾਂ ਨਿਕਲਦਾ ਹੈ, ਉਹਨਾਂ ਦੀ ਖਲਾਸੀ ਹੋ ਜਾਂਦੀ ਹੈ। ਜਿਹੜਾ ਜੀ ਉਹਨਾਂ ਦੇ ਵਿੱਚ ਨਹੀਂ ਜਾਂਦੇ ਹੋ, ਜਿਨਕੋ ਸਾਧੂ ਭੇਟੀਏ ਸੋ ਦਰ ਗਏ ਹੋਏ ਖਲਾਸ, ਸੰਸਾਰ ਸਮੁੰਦਰ ਦੇ ਵਿੱਚੋਂ ਹੋਰ ਦੁਬਾਰਾ ਨਹੀਂ ਆਉਣਗੇ ਗੋਤੇ ਖਾਣ ਦੇ ਵਾਸਤੇ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਇਸ ਕਰਕੇ ਹੇ ਮੇਰੇ ਮਾਲਕਾ ਮੇਰੇ ਉੱਤੇ ਕਿਰਪਾ ਕਰ, ਮੈਂ ਜਿਹੜਾ ਹੈਗਾ ਤੇਰੇ ਚਰਨਾਂ ਵਾਲਾ ਰਸਤਾ ਜਿਹੜਾ ਹੈਗਾ ਇਸ ਰਸਤੇ ਨੂੰ ਚੂਜ਼ ਕਰ ਸਕਾਂ। ਮੇਰੇ ਅੰਦਰ ਇਹ ਖਿੱਚ ਹੋ ਜਾਏ ਤੈਨੂੰ ਮਿਲਣ ਦੀ, ਤੇਰੇ ਲਿਵ ਵਾਲੇ ਰਸਤੇ ਤੇ ਤੁਰਨ ਦੀ ਮੇਰੇ ਅੰਦਰ ਇੱਛਾ ਪੈਦਾ ਹੋ ਜਾਏ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਹੈ ਮੇਰੇ ਮਾਲਕਾ ਮੈਨੂੰ ਪਤਾ ਆ ਤੇਰੇ ਤੋਂ ਬਗੈਰ ਦੂਸਰਾ ਕੋਈ ਨਹੀਂ ਹੈ। ਇਹ ਮਾਇਆ ਜਿਹੜੀ ਹੈਗੀ ਇਹ ਵੀ ਤੂੰ ਹੀ ਹੈਗਾ ਇਹਦੇ ਅੰਦਰ, ਇਹ ਵੀ ਤੇਰੀ ਜਿਹੜੀ ਹੈਗੀ ਰਚਨਾ ਹੈਗੀ ਮਾਲਕਾ। ਤੂੰ ਜਿਹੜੀ ਹੈਗੀ ਮਾਇਆ ਜਿਹੜੀ ਹੈਗੀ ਆ ਆਪਣੀ ਸ਼ਕਤੀ ਤੋਂ ਪੈਦਾ ਕੀਤੀ ਆ ਇਹ ਭਰਮਾਉਣ ਵਾਸਤੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਕਹਿੰਦੇ ਅਸਾੜ ਦਾ ਮਹੀਨਾ ਜਿਹੜਾ ਹੈਗਾ ਸੋਹਣਾ ਜਿਹੜਾ ਹੈਗਾ ਉਸ ਨੂੰ ਲੱਗਦਾ ਆ, ਉਸ ਇਨਸਾਨ ਨੂੰ, ਉਸ ਜੀਵ ਇਸਤਰੀ ਨੂੰ, ਉਸ ਜਿਹੜੀ ਹੈਗੀ ਆ ਜਿਹੜਾ ਜਨ ਨੂੰ ਜਿਹੜਾ ਭਗਤੀ ਕਰਦਾ ਹੈ ਭਾਈ, ਜਿਹਦੇ ਮਨ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਨਿਵਾਸ ਆ ਗਿਆ। ਜਿਸ ਮਨ ਹਰ ਚਰਨ ਸ਼ਬਦ ਰੂਪੀ ਚਰਨ ਜਿਹਦੇ ਮਨ ਦੇ ਵਿੱਚ ਸਥਾਪਿਤ ਹੋ ਗਏ ਤੇ ਉਹਦੇ ਅੰਦਰ ਤਾਂ ਉਹ ਮਾਲਕ ਪਰਮਾਤਮਾ ਜਿਹੜਾ ਜਿੱਥੇ ਮਾਲਕ ਨੇ ਚਰਨ ਪਾ ਦਿੱਤੇ ਤੇ ਮਾਲਕ ਵੀ ਉੱਥੇ ਹੀ ਆ ਜਾਏਗਾ ਭਾਈ। ਹਾਂ ਜੀ 5 ਹੋ ਗਏ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਅਰਜਨ ਦੇਵ ਜੀ ਆਪਾਂ ਨੂੰ ਮਿਹਨਤ ਇੱਕ ਰਾਹ ਚੁਣਨ ਦਾ ਵੀ ਦੱਸ ਰਿਹਾ ਨਾ ਕਿ ਜਿਹੜੇ ਤੁਸੀਂ ਇੱਥੇ ਯਾਰ ਦੋਸਤ ਮਿੱਤਰ ਬਣਾਉਣੇ ਹੈਗੇ ਆ ਤੁਹਾਨੂੰ ਜੰਮਾ ਦਾ ਲੈ ਜਾਣਗੇ, ਕਿਉਂਕਿ ਸਵਾਸਾਂ ਦੀ ਪੂੰਜੀ ਤੁਸੀਂ ਉਹਨਾਂ ਵਿੱਚ ਜੱਕੜੀਆਂ ਚੜ ਉੱਤੇ। ਜੇ ਸਾਧੂਆਂ ਦੇ ਨਾਲ ਜਿੱਦਾਂ ਹਰ ਮਹੀਨੇ ਦਾ ਵੀ ਦੱਸਿਆ ਹੈਗਾ ਜੀ ਕਿ ਜੇਕਰ ਸਾਧੂ ਮਿਲ ਜਾਂਦੇ ਹੈਗੇ ਆ ਤੇ ਸਾਡਾ ਜਿਹੜਾ ਜੀਵਨ ਸੀਗਾ ਇੱਥੇ ਸੌਖਾ ਹੋ ਜਾਏਗਾ ਜੀ। ਹਾਂਜੀ ਹਾਂਜੀ ਬਿਲਕੁਲ। ਅਸੀਂ ਇੱਥੋਂ ਹੀ ਸੌਖਾ, ਇੱਥੇ ਜੀਵਨ ਵੀ ਸੌਖਾ ਹੋਣ ਦੇ ਨਾਲ ਨਾਲ ਗਾਂ ਅੱਗੇ ਆਫਟਰ ਡੈਥ ਜਿਹੜਾ ਹੈਗਾ ਉਹ ਵੀ ਸਾਡਾ ਜਿਹੜਾ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਏਗਾ। ਕਹਿਣ ਤੋਂ ਭਾਵ ਕਿ ਅੱਜ ਗੁਰੂ ਜੀ ਸਾਨੂੰ ਇਹ ਗੱਲ ਸਮਝਾਉਂਦੇ ਆ ਵੀ ਜੇਕਰ ਤੁਸੀਂ ਕਿਸੇ ਨਾਲ ਮਿੱਤਰਤਾ ਵੀ ਲੈਣੀ ਆ ਉਹ ਦੇਖ ਲਓ ਵੀ ਕਿੱਦਾਂ ਦਾ ਬੰਦਾ ਆ। ਇਹ ਵੀ ਸਾਡੇ ਉਹਨੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਦੱਸ ਰਹੇ ਹੈਗੇ ਕਿ ਆਪਣਾ ਰਾਹ ਆਪ ਖੁਦ ਚੁਣ ਲਓ ਕਿ ਤੁਸੀਂ ਕਿਸ ਤਰ੍ਹਾਂ ਦਾ ਯਾਰ ਦੋਸਤ ਮਿੱਤਰ ਰੱਖਣਾ ਹੈਗਾ ਜੀ। ਹਾਂਜੀ ਜਿਹੜਾ ਆਪਾਂ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਮਿੱਤਰਤਾ ਹੈਗੀ ਆ ਵੀਰ ਜੀ, ਜਿਹੜੀ ਆਪਾਂ ਨੇ ਜਿਹੜੇ ਹੈਗੇ ਮਿੱਤਰ ਵੀ ਰੱਖਣੇ ਆ ਔਰ ਜਿਹੜੇ ਹੈਗੇ ਪਰਿਵਾਰ ਵੀ ਰੱਖਣਾ ਹੈ। ਪਰਿਵਾਰ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਦੇ ਵਿੱਚ ਰਹਿ ਕੇ ਆਪਾਂ ਨੇ ਸਾਰਿਆਂ ਨੇ ਮਿਲ ਜੁਲ ਕੇ ਪਰਮੇਸ਼ਰ ਦੇ ਰਸਤੇ 'ਤੇ ਤੁਰਨਾ ਹੈਗਾ। ਬਸ ਆਹੀ ਜਿਹੜੀ ਹੈਗੀ ਆ, ਕਿਉਂਕਿ ਜੇ ਮਾਂ ਪਿਓ ਜਿਹੜੇ ਹੈਗੇ ਇਹ ਜਿਹੜੇ ਹੈਗੇ ਮਾਂ ਪਿਓ ਭਗਤੀ ਵੱਲ ਲੱਗੇ ਹੋਣਗੇ ਤੇ ਡੈਫੀਨੇਟਲੀ ਜਿਹੜਾ ਹੈਗਾ ਬੱਚਿਆਂ ਨੂੰ ਵੀ ਜਿਹੜੇ ਹੈਗੇ 12 ਸਾਲ ਤੱਕ ਤਾਂ ਉਹਦਾ ਕਾਰਨ ਸਰੀਰ ਜਿਹੜਾ ਹੈਗਾ ਉੱਭਰਦਾ ਹੀ ਨਹੀਂ ਹੈਗਾ, ਉਹਦਾ ਅਸਲੀ ਜਿਹੜਾ ਚਿਹਰਾ ਸਾਹਮਣੇ ਨਹੀਂ ਆਉਂਦਾ।
ਉਹਨੂੰ ਜਿਸ ਤਰ੍ਹਾਂ ਮਰਜ਼ੀ ਮੋਲਡ ਕਰ ਸਕਦੇ ਹਾਂ ਆਪਾਂ। ਅਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਪ੍ਰੇਮਾ ਭਗਤੀ ਕਰ ਸਕਦੇ ਹਾਂ ਪਰਿਵਾਰ ਦੇ ਵਿੱਚ ਰਹਿ ਕੇ ਹੀ ਜੀ। ਆਹੀ ਜਿਹੜੀ ਹੈਗੀ ਆ ਮਾਲਕ ਪਰਮਾਤਮਾ ਜਿਹੜਾ ਗੁਰੂ ਜਿਹੜੇ ਹੈਗੇ ਪਰਮਾਤਮਾ ਵੱਲ ਨੂੰ ਜਿਹੜਾ ਹੈਗਾ ਹਾਂਜੀ ਰਸਤਾ। ਇਹ ਤਾਂ ਠੀਕ ਆ ਜੀ ਕਿ ਜਿਹੜਾ ਆਪਾਂ ਨਾ ਸਾਰਾ ਪਰਿਵਾਰ ਮਿਲ ਕੇ ਹੀ ਸਿਮਰਨ ਕਰਦਾ ਹੈਗਾ, ਉਹਨਾਂ ਦੇ ਵਿੱਚ ਹੀ ਏਕਤਾ ਆ ਜਾਂਦੀ ਹੈਗੀ ਆ। ਪਰਮਾਤਮਾ ਨੂੰ ਤੇ ਕਿਰਪਾ ਹੀ ਬਹੁਤ ਜ਼ਿਆਦਾ ਕਰਦਾ ਤੇ ਇੱਕ ਦੂਜੇ ਦਾ ਕਹਿਣਾ ਵੀ ਮੰਨਦੇ ਆ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਅੱਛਾ ਜੀ, ਵਾਹਿਗੁਰੂ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ